ਸਾਹਿਬ ਜੀ। ਰਾਗ ਸੋਹੀ ਮਹਲਾ ਚੌਥਾ। ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਹੀ ਰਾਗਣੀ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸ਼ਾਂਤ ਸ਼ਬਦ ਦੀ ਚਾਲ ਹੈ। ਸ਼ਾਂਤ ਦਾ ਅਰਥ ਜਸ ਵੀ ਹੈ, ਵਡਿਆਈ, ਖੁਸ਼ੀ, ਪ੍ਰਭੂ ਪਰਮਾਤਮਾ ਤੋਂ ਦਾਤਾ ਲੈਣੀਆਂ। ਸੁਰਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ, ਭਾਵ ਇੱਕ ਤਾਲਾ ਸ਼ਬਦ ਹੈ। ਇੱਕ ਓੰਕਾਰ, ਇੱਕ ਅਦੁੱਤੀ ਓੰਕਾਰ, ਸਰਬ ਕਾ ਪ੍ਰਕਾਸ਼ਕ, ਸਤ ਚਿਤ ਆਨੰਦ, ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਜੀ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ। ਗੁਣ ਰਵਾ ਬਲ ਰਾਮ ਜੀਓ। ਇਹ ਪਾਵਨ ਸ਼ਬਦ ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ, ਆਪਾਂ ਵਿਚਾਰਾਂ ਪ੍ਰਾਰੰਭ ਕਰਨ ਲੱਗੇ ਹਾਂ। ਇਹ ਸ਼ਬਦ ਕੁੜਮਾਈ ਦੇ ਸਮੇਂ ਪੜ੍ਹਿਆ ਜਾਂਦਾ ਹੈ। ਸਮਾਂ ਬਦਲ ਗਿਆ, ਸਮਾਜਿਕ ਰੀਤੀਆਂ ਰਿਵਾਜ ਨੇ ਜਿਹੜੇ ਭਾਈ ਬਦਲ ਰਹੇ ਨੇ। ਪਹਿਲਾਂ ਜਦੋਂ ਸਾਡੇ ਦੁਆਰਾ ਭੇਜਿਆ ਗਿਆ ਕੋਈ ਸਾਕ ਸੰਬੰਧੀ ਜਾਂ ਨਾਈ ਆਦਿਕ ਸਾਡੀ ਬੱਚੀ ਦੇ ਵਾਸਤੇ ਘਰ ਵੇਖ ਕੇ ਆਉਂਦਾ, ਫਿਰ ਜੋ ਪੱਕ ਠੱਕ ਕੀਤੀ ਜਾਂਦੀ ਉਹਨੂੰ ਕੜਮਾਈ ਬੋਲਿਆ ਜਾਂਦਾ ਸੀ। ਬਈ ਮੁੰਡੇ ਦੀ ਕੜਮਾਈ ਹੈ, ਤੁਸੀਂ ਪਹੁੰਚਣਾ ਹੈ। ਇਸੇ ਤਰ੍ਹਾਂ ਬੱਚੀ ਦੀ ਕੜਮਾਈ ਹੈ, ਤੁਸੀਂ ਪਹੁੰਚਣਾ ਹੈ। ਕਈਆਂ ਥਾਵਾਂ 'ਤੇ ਇਸ ਨੂੰ ਸ਼ਗਨ ਲਾਉਣਾ ਵੀ ਆਖ ਦਿੰਦੇ ਨੇ, ਕਈਆਂ ਥਾਵਾਂ 'ਤੇ ਛੁਹਾਰਾ ਲਾਉਣਾ ਵੀ ਆਖ ਦਿੰਦੇ ਨੇ ਵੀ ਅੱਜ ਮੁੰਡੇ ਦਾ ਛੁਹਾਰਾ ਲੱਗਣਾ ਹੈ। ਉਦੋਂ ਇਹ ਪਾਵਨ ਪਵਿੱਤਰ ਸ਼ਬਦ ਪੜ੍ਹਿਆ ਜਾਂਦਾ ਸੀ। ਜਿਵੇਂ ਲਾਵਾਂ ਦਾ ਪਾਠ ਅਸੀਂ ਕਰਦੇ ਹਾਂ ਆਨੰਦ ਕਾਰਜ ਦੇ ਸਮੇਂ, ਉਸੇ ਤਰ੍ਹਾਂ ਪਹਿਲੋਂ ਇਹ ਸ਼ਬਦ ਦਾ ਰਾਗੀ ਸਿੰਘਾਂ ਦੁਆਰਾ ਗਾਇਨ ਕੀਤਾ ਜਾਂਦਾ, ਜਾਂ ਗ੍ਰੰਥੀ ਸਿੰਘ ਧੰਨ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਇਹ ਸ਼ਬਦ ਪੜ੍ਹਦਾ, ਅਤੇ ਫਿਰ ਇਹ ਵਿਹਾਰ ਜਿਹੜਾ ਸੀ ਕੜਮਾਈ ਵਾਲਾ ਇਹ ਅੱਗੇ ਕੀਤਾ ਜਾਂਦਾ। ਇਹ ਸ਼ਬਦ ਦਾ ਥੋੜ੍ਹਾ ਥੋੜ੍ਹਾ ਨਾਲ ਆਪਾਂ ਜੋ ਅੰਤਰੀ ਭਾਵ ਹੈ ਉਹ ਸਮਝਣਾ ਹੈ। ਜਿਤਨੀ ਕੋ ਮਾਲਕ ਪ੍ਰਭੂ ਪਰਮਾਤਮਾ ਨੇ ਆਪਾਂ ਨੂੰ ਬੁੱਧੀ ਬਖਸ਼ੀ ਹੈ, ਸੱਚੇ ਸਤਿਗੁਰੂ ਆਪ ਕਿਰਪਾ ਕਰਨਗੇ, ਰਹਿਮਤ ਕਰਨਗੇ। ਗੁਰੂ ਜੀ ਰਹਿਮਤ ਕਰਦੇ ਨੇ, ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ। ਗੁਣ ਰਵਾਂ ਬਲਰਾਮ ਜੀਓ। ਬਲਰਾਮ ਜੀਓ ਦਾ ਅਰਥ ਇਹ, ਮੇਰੇ ਵਾਹਿਗੁਰੂ ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਤੇ ਗੁਣ ਰਵਾਂ ਦਾ ਅਰਥ ਹੈ ਤੇਰੇ ਗੁਣ ਗਾਇਨ ਕਰਾਂ। ਗੁਣ ਰਵਾਂ ਬਲਰਾਮ ਜੀਓ, ਇਹ ਮੇਰੇ ਵਾਹਿਗੁਰੂ ਜੀ ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ ਤੇ ਮੈਂ ਤੇਰੇ ਗੁਣਾਂ ਨਾਲ ਰਮਨ ਕਰਦਾ, ਜਪਣਾ ਕਰਾਂ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ। ਅਵਗੁਣ ਕਹਿੰਦੇ ਨੇ ਔਗੁਣਾਂ ਨੂੰ, ਤੇ ਵਿਕਣਾ ਦਾ ਅਰਥ ਇੱਥੇ ਹੈ ਛੱਡ ਦੇਣਾ। ਵਿਕਣਾ ਦਾ ਅਰਥ ਵੈਸੇ ਹੁੰਦਾ ਹੈ ਵੇਚਣਾ, ਇੱਥੇ ਅਰਥ ਬਣਦਾ ਹੈ ਛੱਡ ਦੇਣਾ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ। ਹੁਣ ਇਹਨੂੰ ਆਪਾਂ ਸਮਝ ਨਾ ਕਰੀਏ। ਜਦੋਂ ਅਸੀਂ ਨਗੋਰੇ ਹੁੰਦੇ ਹਾਂ ਤੇ ਸਾਡੇ 'ਚ ਪਤਾ ਨਹੀਂ ਕਿਤਨੇ ਕੁ ਔਗਣ ਹੁੰਦੇ ਨੇ। ਹੁੰਦੇ ਤਾਂ ਸਾਡੇ ਅੰਮ੍ਰਿਤਧਾਰੀਆਂ ਦੇ ਵਿੱਚ ਵੀ ਨੇ, ਪਰ ਜੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਸਮਝਾ ਰਹੇ ਨੇ, ਸਤਿਗੁਰ ਪੁਰਖ ਮਿਲਾਏ, ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਅਵਗੁਣ ਵਿਕਣਾ, ਫਿਰ ਸਾਨੂੰ ਔਗਣ ਛੱਡ ਦੇਣੇ ਚਾਹੀਦੇ ਨੇ। ਜੇ ਹੈਗੇ ਨੇ ਤੇ ਛੱਡ ਦੇਣੇ ਚਾਹੀਦੇ ਨੇ। ਜੇ ਅਸੀਂ ਹੁਣ ਅੰਮ੍ਰਿਤਧਾਰੀ ਹਾਂ, ਹੁਣ ਵੀ ਔਗਣ ਨੇ ਤੇ ਹੁਣ ਵੀ ਛੱਡ ਦੇਣੇ ਚਾਹੀਦੇ ਨੇ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਇਹ ਸਾਨੂੰ ਸਮੱਤ ਦੇ ਰਹੇ ਨੇ, ਤੇ ਗੁਰੂ ਦੀ ਗੱਲ ਨੂੰ ਜੇ ਅਸੀਂ ਮੰਨੇ ਹੀ ਨਾ ਤੇ ਹਾਮੀ ਥੋੜ੍ਹਾ ਭਰਨਗੇ। ਤੁਧ ਨੂੰ ਨਿਮਨ ਮੰਨਣ ਤੇਰਾ ਨਾਮ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਤੂੰ ਉਹਨਾਂ ਦਾ ਨਿਉਣਾ ਜਿਹੜਾ ਨਾ ਉਹ ਪ੍ਰਵਾਨ ਕਰ ਲੈਣਾ ਜਿਹੜੇ ਤੇਰੇ ਨਾਂ ਨੂੰ ਮੰਨਦੇ ਨੇ। ਹੁਣ ਨਾਂ ਨੂੰ ਕਿਵੇਂ ਮੰਨਿਆ ਜਾਂਦਾ ਹੈ? ਨਾਂ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਹੈ, ਸਾਨੂੰ ਕੋਈ ਸਰਕਾਰੀ ਦਰਬਾਰੇ ਕੰਮ ਪੈ ਗਿਆ ਹੈ, ਅਸੀਂ ਕਿਸੇ ਪਤਵੱਤੇ ਸੱਜਣ ਕੋਲੇ ਗਏ ਹਾਂ ਵੀ ਸਾਡਾ ਇਸ ਤਰ੍ਹਾਂ ਕੰਮ ਹੈ ਸਰਕਾਰੀ ਦਰਬਾਰੇ, ਤੇ ਉਹ ਭਾਈ ਅਫਸਰ ਤੈਨੂੰ ਜਾਣਦਾ ਹੈ ਜਾਂ ਤੇਰੀ ਚੱਲਦੀ ਹੈ ਤੇ ਤੂੰ
ਸਾਡੇ ਨਾਲ ਚੱਲ। ਉਹਨੇ ਅੱਗੋਂ ਕਹਿ ਦਿੱਤਾ ਮੈਂ ਤਾਂ ਜਾ ਨਹੀਂ ਸਕਦਾ, ਤੇ ਲਓ ਜੀ ਤੁਸੀਂ ਨਾ ਕੋਈ ਰੁੱਕਾ ਕਰ ਦਿੱਤਾ, ਚਿੱਠੀ ਕਰ ਦਿੱਤੀ ਜਾਂ ਕੋਈ ਲਿਖਤ ਕਰ ਦਿੱਤੀ ਵੀ ਇਹਦੇ ਤੇ ਮੈਂ ਆਪਦੇ ਸਾਈਨ ਕਰ ਦਿੱਤੇ ਨੇ, ਤੇ ਉਹ ਮੇਰੀ ਗੱਲ ਇਹ ਮੰਨ ਲਏਗਾ। ਜੇ ਤੇ ਉਹਨੇ ਮੰਨ ਲਈ ਤੇ ਉਹਨੇ ਭਾਈ ਨਾ ਮੰਨ ਲਿਆ ਵੀ ਹਾਂ ਫਲਾਣੇ ਸਿੰਘ ਦਾ ਨਾਂ ਲਿਖਿਆ, ਉਹਦੇ ਸਾਈਨ ਹੋਏ ਨੇ। ਸਾਈਨ ਦਾ ਮਤਲਬ ਇਹ ਹੁੰਦਾ ਵੀ ਫਲਾਣੇ ਸਿੰਘ ਨੇ ਆਪਦੇ ਹੱਥਾਂ ਨਾਲ ਆਪ ਦਾ ਨਾਂ ਲਿਖਿਆ ਹੈ, ਤੇ ਇਹ ਮੰਨਿਆ ਜਾਵੇ। ਉਹ ਜੇ ਤਾਂ ਉਹਨੇ ਮੰਨ ਲਿਆ ਤੇ ਉਸ ਦੇ ਨਾਂ ਨੂੰ ਮੰਨ ਲਿਆ। ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਨਾਮ ਮੰਨਣਾ ਇਹ ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨ ਲਏ ਹਾਂ। ਇੱਕ ਪਾਸੇ ਅਸੀਂ ਕਹੀ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਤੇ ਦੂਜੇ ਪਾਸੇ ਅਸੀਂ ਇਸ ਤਰ੍ਹਾਂ ਦਾ ਵਿਹਾਰ ਕਰੀਏ ਜਿਵੇਂ ਕੋਈ ਆਮ ਕਿਤਾਬ ਜਾਂ ਪੋਥੀ ਹੁੰਦੀ ਹੈ। ਹੁਣ ਗੱਲ ਮੂੰਹ ਆਈ ਮੈਂ ਰੱਖਦਾ ਨਹੀਂ ਹੁੰਦਾ, ਭਾਵੇਂ ਮੇਰਾ ਸਿਰ ਲੱਥ ਜਾਵੇ। ਮੈਂ ਸੱਚੀ ਗੱਲ ਆਖਣੋਂ ਆਪਣੀ ਮਾਂ ਤੇ ਆਪਣੇ ਪਿਓ ਨੂੰ ਵੀ ਕਦੀ ਪਿੱਛੇ ਨਹੀਂ ਪੈਣ ਦਿੱਤਾ, ਉਹਨਾਂ ਦੇ ਵੀ ਮੂੰਹ ਤੇ ਕਹਿ ਦਿੰਦਾ ਹੁੰਦਾ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਸਨ ਤੇ ਦਾਸ ਵੀ ਉੱਥੇ ਪਹੁੰਚੇ ਸਨ। ਥੋੜਾ ਸਮਾਂ ਕਥਾ ਵਿਚਾਰਾਂ ਹੋਈਆਂ ਸੀ ਤੇ ਬੜੇ ਪਤਵੱਤੇ ਸੱਜਣ ਨੇ, ਗੁਰੂ ਘਰ ਦੇ ਜਥੇਦਾਰ ਵੀ ਨੇ, ਤੇ ਉਹਨਾਂ ਨੇ ਕਹਿ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੀ ਪੋਥੀ ਸਾਹਿਬ ਜਪਜੀ ਸਾਹਿਬ ਵਾਲੀ ਰੱਖ ਕੇ ਲੈ ਜਾਓ। ਵੇਖੋ ਹੁਣ ਇਹ ਗੁਰੂ ਨੂੰ ਮੰਨਦੇ ਥੋੜੀ ਨੇ, ਇਹਨਾਂ ਨੇ ਗੁਰੂ ਨੂੰ ਕਿਤਾਬ ਬਣਾ ਲਈ ਹੈ। ਕਿਤਾਬ ਦੇ ਉੱਤੇ ਜਿੰਨੀਆਂ ਮਰਜ਼ੀ ਕਿਤਾਬਾਂ ਰੱਖ ਲਓ, ਇੱਕ ਕਿਤਾਬ ਦੇ ਉੱਤੇ ਜਿੰਨੀਆਂ ਮਰਜ਼ੀ ਕਿਤਾਬਾਂ ਰੱਖ ਲਓ। ਜਦੋਂ ਇਸ ਤਰ੍ਹਾਂ ਦੇ ਸਾਡੇ ਗੁਰੂ ਘਰਾਂ ਦੇ ਪ੍ਰਧਾਨ ਹੋਣਗੇ ਤੇ ਫਿਰ ਸਾਡਾ ਗ੍ਰੰਥੀਆਂ ਦਾ, ਰਾਗੀਆਂ ਦਾ ਜਾਂ ਕੀਰਤਨ ਕਥਾ ਕਰਨ ਵਾਲਿਆਂ ਦਾ ਕੀ ਹਾਲ ਹੋਏਗਾ। ਇਹਨਾਂ ਤੋਂ ਅਸੀਂ ਮੱਤ ਲੈਣੀ ਹੈ। ਅਸੀਂ ਇਹਨਾਂ ਨੂੰ ਜਥੇਦਾਰੀ ਤਾਂ ਹੀ ਸੌਂਪਦੇ ਹਾਂ ਵੀ ਇਹਨਾਂ ਕੋਲ ਸਿਆਣਪ ਹੋਵੇ, ਇਹ ਸਾਨੂੰ ਦੱਸਣ। ਜਦੋਂ ਇਹ ਇਸ ਤਰ੍ਹਾਂ ਕਰਨ ਲੱਗ ਗਏ ਤੇ ਫਿਰ ਅਸੀਂ ਸਤਿਕਾਰ ਕੀ ਕਰਾਂਗੇ, ਤੇ ਆਮ ਲੋਕ ਨੇ ਜਿਹੜੇ ਉਹਨਾਂ ਦਾ ਕੀ ਹੋਏਗਾ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਸੱਚੇ ਸਤਿਗੁਰ ਸਾਨੂੰ ਇਹ ਦੱਸ ਰਹੇ ਨੇ ਵੀ ਸੱਚੇ ਸਤਿਗੁਰ ਨੂੰ ਅਸੀਂ ਮਿਲਣਾ ਹੈ। ਕਿਵੇਂ ਮਿਲਣਾ ਹੈ? ਅਸੀਂ ਅੰਮ੍ਰਿਤਧਾਰੀ ਨਹੀਂ ਹੈਗੇ, ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਹੋਣਾ ਹੈ, ਇਹ ਗੁਰੂ ਨੂੰ ਮਿਲਣਾ ਹੈ। ਅਵਗੁਣ ਵਿਕਣਾ ਤੇ ਅਵਗੁਣਾਂ ਨੂੰ ਛੱਡ ਦੇਣਾ। ਗੁਣ ਰਵਾਂ ਬਲਰਾਮ ਜੀਓ। ਹੁਣ ਇਹ ਸ਼ਬਦ ਕੜਮਾਈ ਦੇ ਸਮੇਂ ਪੜ੍ਹਿਆ ਜਾਂਦਾ। ਕਿਉਂ ਪੜ੍ਹਿਆ ਜਾਂਦਾ? ਬੱਚਾ ਕੁਆਰਾ ਹੈ ਤੇ ਆਪਾਂ ਸਾਰੀ ਪਤਵਤੇ ਸੱਜਣਾ, ਮੈਂ ਵੀ ਧੀਆਂ ਪੁੱਤਰਾਂ ਪੋਤਰਿਆਂ ਦੋਤਰਿਆਂ ਵਾਲਾ ਹੋ ਗਿਆ, ਤੁਹਾਡੇ ਨਾਲ ਦੇ ਹੀ ਹਾਂ। ਆਪਾਂ ਸਾਰੇ ਬੱਚਿਆਂ ਵਾਲੇ। ਤੇ ਜਦੋਂ ਬੱਚਾ ਗਲਤੀਆਂ ਕਰਨ ਲੱਗ ਜਾਵੇ, ਪਿੰਡ 'ਚੋਂ ਉਲਾਮੇ ਆਉਣ ਲੱਗ ਜਾਣ, ਤੇ ਫਿਰ ਆਪਾਂ ਕੀ ਕਰਨੀ? ਇਹਨੂੰ ਵਿਆਹ ਦਿਓ, ਆਪੇ ਟਿਕ ਜੇਗਾ। ਇਹੀ ਗੱਲ ਆਖਦੇ ਆਪਾਂ ਸਾਰੇ ਰਿਸ਼ਤੇਦਾਰ ਇਕੱਠੇ ਵੀ ਇਹਨੂੰ ਵਿਆਹ ਦਿਓ, ਹੁਣ ਇਸ ਕਰਤੂਤ ਤੋਂ ਹਟਦਾ ਨਹੀਂ, ਤੈਨੂੰ ਜੂੜ ਪਾ ਦਿਓ, ਉਹਨੂੰ ਵਿਆਹ ਦਿਓ, ਆਪੇ ਟਿਕ ਜੇਗਾ। ਤੇ ਜੇ ਉਹ ਵਿਆਹਿਆ ਹੋਇਆ ਵੀ ਨਾ ਟਿਕੇ ਤੇ ਫਿਰ ਉਹਦਾ ਕੀ ਕਰਾਂਗੇ? ਵਿਆਹ ਕੀਤਾ ਹੁੰਦਾ ਵੀ ਇਹ ਸਿਆਣਾ ਹੋ ਜੇ, ਮਾੜੇ ਪਾਸੇ ਜਾਣੋ ਹਟ ਜੇ, ਤੇ ਜੇ ਉਹ ਵਿਆਹ ਕਰਾ ਕੇ ਵੀ ਨਹੀਂ ਹਟਿਆ ਤੇ ਫਿਰ ਭਾਈ ਹੁਣ ਕੀ ਕਰਾਂਗੇ? ਉਸੇ ਤਰ੍ਹਾਂ ਇਹ ਔਗਣ ਨੇ ਸਾਡੇ ਅੰਦਰ, ਤੇ ਇਹ ਔਗਣ ਜਿਹੜੇ ਨੇ ਇਹ ਨਗੂਰੇਪਣ ਦੇ ਵਿੱਚ ਹੁੰਦੇ ਨੇ। ਜਦੋਂ ਅਸੀਂ ਨਗੂਰੇ ਹਾਂ, ਸਾਡਾ ਗੁਰੂ ਨਹੀਂ ਹੈਗਾ, ਤੇ ਜਦੋਂ ਗੁਰੂ ਧਾਰ ਲਿਆ ਫਿਰ ਇਹ ਔਗਣ ਸਾਨੂੰ ਛੱਡ ਦੇਣੇ ਚਾਹੀਦੇ ਨੇ। ਤੇ ਗੁਰੂ ਮਹਾਰਾਜ ਜੀ ਨੇ ਇੱਥੇ ਕਿਰਪਾ ਕੀਤੀ। ਗੁਣ ਰਵਾਂ ਬਲਰਾਮ ਜੀ, ਉਹ ਮੇਰੇ ਸੱਚੇ ਸਤਿਗੁਰ ਜੀ, ਤੇਰੇ ਗੁਣਾਂ ਨੂੰ ਮੈਂ ਰਮਨ ਕਰਨਾ ਕਰਾਂ ਜੀ। ਹਰਿ ਹਰਿ ਨਾਮ ਧਿਆਏ ਗੁਰਬਾਣੀ ਨਿਤ ਨਿਤ ਰਵਾਂ ਬਲਰਾਮ ਜੀਓ। ਹੇ ਮੇਰੇ ਮਾਲਕ ਸੱਚੇ ਸਤਿਗੁਰ ਜੀ, ਤੇਰਾ ਨਾਮ ਹਰਿਆ ਭਰਿਆ ਕਰਨ ਵਾਲਾ ਹੈ ਤੇ ਹਰ ਇੱਕ ਦੇ ਵਿੱਚ ਤੂੰ ਸਮਾਇਆ ਹੋਇਆ ਹੈ। ਇਸ ਨਾਮ ਨੂੰ ਮੈਂ ਧਿਆਉਣਾ ਕਰਾਂ। ਗੁਰਬਾਣੀ ਨਿਤ ਨਿਤ ਚਵਾ। ਚਵਾ ਦਾ ਅਰਥ ਹੁੰਦਾ ਪੜ੍ਹਨਾ। ਇਹ ਬੋਲੀਆਂ ਨੇ ਵੱਖੋ ਵੱਖਰੀਆਂ, ਅੱਡ ਅੱਡ ਬੋਲੀਆਂ ਨੇ। ਚਵਾ ਦਾ ਅਰਥ ਹੈ ਪੜ੍ਹਨਾ। ਹਰ ਹਰ ਨਾਮ ਧਿਆਏ, ਮੈਂ ਤੇਰੇ ਨਾਮ ਨੂੰ ਧਿਆਉਣਾ ਕਰਾਂ। ਗੁਰਬਾਣੀ ਨਿਤ ਨਿਤ ਚਵਾ, ਤੇ ਤੇਰੀ ਗੁਰਬਾਣੀ ਨੂੰ ਮੈਂ ਪੜ੍ਹਦਾ ਰਵਾਂ। ਬਲਰਾਮ ਜੀਓ, ਹੇ ਸੱਚੇ ਸਤਿਗੁਰ ਜੀ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ ਜੀ। ਗੁਰਬਾਣੀ ਸਤ ਮਿਟੇ ਲਾਗੀ, ਪਾਪ ਪੁਕਾਰ ਗਵਾਇਆ। ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਨਾ, ਉਸ ਕੰਮ ਦੇ ਵਿੱਚੋਂ ਸਾਨੂੰ ਥੋੜਾ ਥੋੜਾ ਨਫਾ ਹੋਣ ਲੱਗ ਜੇ ਨਾ, ਤੇ ਫਿਰ ਸਾਡਾ ਉਹ ਕੰਮ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਉਹ ਕੰਮ ਹੈ ਨਾ ਜਿਹੜਾ, ਉਹਦੇ 'ਚੋਂ ਮਿਠਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਕੋਈ ਕਿੱਤਾ ਕਰਦੇ ਹਾਂ, ਭਾਵੇਂ ਉਹ ਵਪਾਰ ਦਾ, ਭਾਵੇਂ ਦੁਕਾਨ ਦਾ, ਭਾਵੇਂ ਖੇਤੀ ਦਾ ਹੈ, ਸਾਨੂੰ ਉੱਥੋਂ ਨਫਾ ਹੋਣ ਲੱਗ ਗਿਆ। ਜਦੋਂ ਨਫਾ ਹੋਣ ਲੱਗ ਗਿਆ ਤੇ ਫਿਰ ਸਾਡਾ ਮਨ ਉਸ ਕੰਮ ਦੇ ਵਿੱਚ ਲੱਗ ਗਿਆ। ਜਦੋਂ ਮਨ ਉਸ ਕੰਮ ਦੇ ਵਿੱਚ ਲੱਗ ਗਿਆ ਤੇ ਉਹਦੇ 'ਚੋਂ ਸਾਨੂੰ ਮਿਠਾਸ ਆਉਣ ਲੱਗ ਗਈ ਹੈ। ਉਸੇ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰਬਾਣੀ ਸਦ ਮਿੱਠੀ ਲੱਗੀ। ਹੁਣ ਗੁਰਬਾਣੀ ਸਾਨੂੰ ਮਿੱਠੀ ਕਦੋਂ ਲੱਗੇਗੀ? ਜਦੋਂ ਸਾਡੇ ਵਿੱਚੋਂ ਔਗਣਾਂ ਦਾ ਜਾਣਾ ਹੋਏਗਾ ਤੇ ਗੁਣਾਂ ਦਾ ਆਉਣਾ ਹੋਏਗਾ।
ਤੇ ਸਾਡੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਅਵਸਥਾ ਦੀ ਸਾਨੂੰ ਪ੍ਰਾਪਤੀ ਹੋਣ ਲੱਗ ਜਾਏਗੀ, ਫਿਰ ਹੀ ਮਿੱਠੀ ਲੱਗੇਗੀ। ਨਹੀਂ ਤਾਂ ਫਿਰ ਅਸੀਂ ਨਾ, ਹੁਣ ਮੈਂ ਇਹ ਵੀ ਕਹਿ ਦਿਆਂ, ਫਾਹਾ ਹੀ ਵੱਢਦੇ ਹਾਂ, ਇੱਕ ਫਾਰਮੈਲਿਟੀ ਜੀ ਪੂਰੀ ਕਰਦੇ ਹਾਂ। ਕੋਈ ਪੜ੍ਹਨ ਪੜ੍ਹਾਉਣ ਵਾਲਿਆਂ ਦੇ ਵਿੱਚ ਅਸੀਂ ਨਹੀਂ ਹੈਗੇ। ਗੁਰਬਾਣੀ ਸਦ ਮਿੱਠੀ ਲੱਗੀ, ਗੁਰਬਾਣੀ ਸਦਾ ਉਹਨਾਂ ਨੂੰ ਮਿੱਠੀ ਲੱਗਦੀ ਏ ਪਾਪ ਵਕਾਰ ਗਵਾਇਆ, ਜਿਨ੍ਹਾਂ ਨੇ ਅੰਦਰੋਂ ਪਾਪ ਕਰਮ ਵਾਲਾ ਜਿਹੜੇ ਵਕਾਰ ਨੇ ਨਾ ਉਹਨਾਂ ਨੂੰ ਗਵਾ ਲਿਆ। ਹੁਣ ਪਾਪ ਕਰਮ ਵਾਲਾ ਜਿਹੜਾ ਵਕਾਰ ਹੈ ਇਹ ਕਿਹੜਾ ਹੈ? ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਆਪ ਪਰਿਵਾਰ ਵਾਲੇ ਸਨ। ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਸਨ। ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਸਤਿਗੁਰੂ ਛੋਟੀ ਅਵਸਥਾ ਦੇ ਵਿੱਚ ਨੇ। ਬਾਕੀ ਤਕਰੀਬਨ ਸਾਰੇ ਗੁਰੂ ਮਹਾਰਾਜ ਜੀ ਦੇ ਕਿਸੇ ਦਾ ਇੱਕ ਸਾਹਿਬਜ਼ਾਦਾ ਹੈ, ਕਿਸੇ ਦੇ 2 ਨੇ, ਕਿਸੇ ਦੇ 4 ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਨ। ਸੋ ਇਹ ਜਿਹੜਾ ਪਾਪ ਵਕਾਰ ਹੈ ਇਹ ਕਿਵੇਂ ਬਣਦਾ ਹੈ? ਜਦੋਂ ਅਸੀਂ ਕਿਸੇ ਮਰਿਆਦਾ ਨੂੰ ਭੰਗ ਕਰ ਦਿੰਦੇ ਹਾਂ ਨਾ, ਮਾਨ ਮਰਿਆਦਾ ਤੋੜ ਦਿੰਦੇ ਹਾਂ, ਤੇ ਫਿਰ ਇਹ ਪਾਪ ਹੈ ਜਿਹੜਾ ਇਹ ਵਕਾਰ ਬਣ ਜਾਂਦਾ, ਪਾਪ ਕਰਮ ਬਣ ਜਾਂਦਾ ਤੇ ਇਹ ਵਕਾਰ ਬਣ ਜਾਂਦਾ ਹੈ। ਪ੍ਰਸ਼ਾਦਾ ਅਸੀਂ ਸਾਰੇ ਛਕਦੇ ਹਾਂ, ਸਾਡੇ ਸਰੀਰ ਦੇ ਲਈ ਜ਼ਰੂਰੀ ਹੈ। ਤੇ ਇਸ ਤਰ੍ਹਾਂ ਕਰ ਲਓ ਤਜਰਬੇ ਦੇ ਲਈ, ਇੱਕ ਦਿਨ ਰਾਤ ਨੂੰ ਥੋੜ੍ਹਾ ਜਿਹਾ ਲੋੜ ਤੋਂ ਜ਼ਿਆਦਾ ਛਕ ਕੇ ਪੈ ਜਿਓ ਤੇ ਫਿਰ ਤੁਸੀਂ ਸਵੇਰੇ ਉੱਠ ਕੇ ਵਿਖਾਓ, ਜਾਗ ਹੀ ਨਹੀਂ ਆਏਗੀ, ਨੇਸ਼ਤੀ ਹੋ ਜਾਣੀ ਜਾਂ ਬਦਹਜ਼ਮੀ ਹੋ ਜਾਏਗੀ, ਤੇਜ਼ਾਬ ਬਣ ਜਾਏਗਾ। ਹੋਰ ਅਣਕ ਪ੍ਰਕਾਰ ਦੇ ਜਿਹੜੇ ਸਰੀਰ ਨੂੰ ਨਿਢਾਲ ਕਰਨ ਵਾਲੇ ਨੇ ਉਹ ਰੋਗ ਪੈਦਾ ਹੋ ਜਾਣਗੇ। ਗੁਰਬਾਣੀ ਸਦ ਮਿੱਠੀ ਲੱਗੀ, ਗੁਰਬਾਣੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿੱਠੀ ਲੱਗਦੀ ਹੈ। ਪਾਪ ਵਕਾਰ ਗਵਾਇਆ, ਜਿਨ੍ਹਾਂ ਦੇ ਅੰਦਰ ਸੱਚੇ ਸਤਿਗੁਰ ਦੀ ਰਹਿਮਤ ਦੇ ਨਾਲ ਗੁਰਬਾਣੀ ਦਾ ਰਸ ਆਉਣ ਲੱਗ ਗਿਆ, ਮਿਠਾਸ ਆਉਣ ਲੱਗੀ ਏ, ਤੇ ਪਾਪ ਕਰਮ ਜਿਹੜਾ ਵਕਾਰ ਪੈਦਾ ਕਰਨ ਵਾਲਾ ਇਹ ਗਵਾ ਲਿਆ ਹੈ ਜੀ। ਹਉਮੈ ਰੁਕ ਗਿਆ ਤੋ ਭਾਗਾ, ਸਹਿਜੇ ਸਹਿਜ ਮਿਲਾਇਆ। ਹਉਮੈ ਦਾ ਅਰਥ ਹੈ ਹਉ ਮੈਂ, ਉਹ ਵੀ ਮੈਂ ਕੀਤਾ, ਉਹ ਵੀ ਮੇਰੇ ਤੋਂ ਹੋ ਜਾਵੇ, ਉਹ ਵੀ ਮੇਰਾ ਹੋ ਜਾਵੇ। ਇਹ ਇੱਕ ਬੜਾ ਵੱਡਾ ਰੋਗ ਹੈ। ਦੂਜਾ ਹਉਮੈ ਦਾ ਅਰਥ ਹੈ ਵੀ ਬਸ ਮੈਂ ਹੀ ਮੈਂ ਆ, ਮੇਰੇ ਵਰਗੀ ਕਥਾ ਕੋਈ ਨਹੀਂ ਕਰ ਸਕਦਾ, ਮੇਰੇ ਵਰਗਾ ਆਹ ਕੰਮ ਕੋਈ ਨਹੀਂ ਕਰ ਸਕਦਾ। ਇਹ ਵੀ ਹਉਮੈ ਹੈ। ਇਸ ਨੂੰ ਵੱਡਾ ਰੋਗ ਦੱਸਿਆ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਬੜਾ ਵੱਡਾ ਰੋਗ ਹੈ। ਹਉਮੈ ਦਾ ਰੋਗ ਹੈ ਜਿਹੜੇ ਬੜਾ ਵੱਡਾ ਹੈ। ਹਉਮੈ ਰੋਗ ਗਵਾਇਆ ਭਉ ਭਾਗਾ। ਜਦੋਂ ਹਉਮੈ ਦਾ ਰੋਗ ਅੰਦਰੋਂ ਨਾਸ ਹੋ ਗਿਆ ਤੇ ਫਿਰ ਡਰ ਕੋਈ ਨਹੀਂ। ਡਰ ਉਹਨੂੰ ਹੀ ਜਿਹਦੇ ਅੰਦਰ ਹਉਮੈ ਹੈ। ਡਿੱਗਣ ਦਾ ਡਰ ਉਸ ਨੂੰ ਇਹ ਜਿਹੜਾ ਅਸਮਾਨ ਤੇ ਚੜ੍ਹਿਆ ਹੈ। ਡਿੱਗਣ ਦਾ ਡਰ ਉਸ ਨੂੰ ਹੈ ਜਿਹੜਾ ਅਸਮਾਨ ਦੇ ਵਿੱਚ ਉੱਡਦਾ, ਜਿਹੜਾ ਧਰਤੀ ਤੇ ਵਿਚਾਰਾ ਰਹਿੰਦਾ ਉਹਨੂੰ ਡਿੱਗਣ ਦਾ ਕਾਹਦਾ ਡਰ ਹੈ। ਇਸੇ ਤਰ੍ਹਾਂ ਹਉਮੈ ਜਿਹੜੀ ਇਹ ਸਾਨੂੰ ਅਸਮਾਨ ਦੇ ਵਿੱਚ ਉਡਾਉਂਦੀ ਹੈ। ਹਉਮੈ ਜਿਹੜੀ ਇਹ ਅਸਮਾਨ ਦੇ ਵਿੱਚ ਉਡਾਉਂਦੀ ਹੈ ਤੇ ਪਤਾ ਨਹੀਂ ਕਦੋਂ ਕਿਸ ਵਕਤ ਇਹਨੇ ਸਾਨੂੰ ਡੇਗ ਵੀ ਦੇਣਾ ਹੈ। ਇਸ ਤਰ੍ਹਾਂ ਦੀ ਇਹ ਨਕੰਮੀ ਹੈ। ਹਉਮੈ ਰੋਗ ਗਿਆ ਭਉ ਭਾਗਾ। ਹੁਣ ਡਰ ਕੋਈ ਨਹੀਂ ਰਿਹਾ। ਸਹਿਜੇ ਸਹਿਜ ਮਿਲਾਇਆ। ਹੌਲੀ ਹੌਲੀ ਉਸ ਪ੍ਰਭੂ ਪਰਮਾਤਮਾ ਨੇ ਆਪ ਦੇ ਵਿੱਚ ਮਿਲਾਣਾ ਕੀਤਾ, ਆਪ ਦੇ ਵਿੱਚ ਮਿਲਾ ਲਿਆ ਹੈ ਜੀ। ਕਾਇਆ ਕੀ ਸਹਿਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਕਾਇਆ ਜਿਹੜੀ ਇਹ ਸੇਜਾ ਬਣ ਜਾਂਦੀ ਹੈ ਤੇ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਫਿਰ ਸੁੱਖ ਦੇਣ ਵਾਲਾ ਬਣ ਜਾਂਦਾ ਹੈ। ਜਿਵੇਂ ਅਸੀਂ ਮੰਜੇ ਤੇ ਸੌਂਦੇ ਹਾਂ ਨਾ, ਸੇਜਾ ਤੇ ਸੌਂਦੇ ਹਾਂ ਤੇ ਉੱਥੇ ਸਾਨੂੰ ਬੜਾ ਸੁੱਖ ਹੁੰਦਾ, ਆਨੰਦ ਦੇ ਨਾਲ ਸੌਂ ਜਾਂਦੇ ਹਾਂ। ਉਸੇ ਤਰ੍ਹਾਂ ਕਾਇਆ ਇਹ ਜਿਹੜਾ ਸਰੀਰ ਹੈ ਸੇਜ, ਇਹ ਸੇਜਾ ਬਣ ਜਾਣੀ ਹੈ ਗੁਰ ਸ਼ਬਦ ਸੁਖਾਲੀ, ਤੇ ਗੁਰੂ ਦੇ ਸ਼ਬਦ ਦੇ ਨਾਲ ਇਹ ਸੇਜ ਹੈ ਜਿਹੜੀ ਕਾਇਆ ਇਹ ਸੁੱਖ ਦੇਣ ਵਾਲੀ ਹੋ ਜਾਣੀ ਹੈ। ਗਿਆਨ ਤੱਤ, ਗਿਆਨ ਤੱਤ ਜਿਹੜਾ ਕਰ ਭੋਗੋ। ਇਹ ਗਿਆਨ ਤੱਤ ਦੀ ਸਾਨੂੰ ਜੋ ਪ੍ਰਾਪਤੀ ਹੋਣੀ ਹੈ ਇਸ ਨੂੰ ਅਸੀਂ ਭੋਗਣਾ ਹੈ। ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਸਾਨੂੰ ਦੱਸ ਰਹੇ ਨੇ ਕਾਇਆ ਸੇਜ, ਸਰੀਰ ਨੇ ਸੇਜਾ ਬਣ ਜਾਣਾ ਹੈ। ਗੁਰ ਸ਼ਬਦ, ਗੁਰੂ ਦਾ ਸ਼ਬਦ ਹੈ ਜਿਹੜਾ ਸੁਖਾਲੀ, ਇਹ ਕਾਇਆ ਨੂੰ ਸੌਖਾ ਕਰਨ ਵਾਲਾ ਹੋ ਜਾਏਗਾ, ਸੁੱਖ ਦੇਣ ਵਾਲਾ ਹੋ ਜਾਏਗਾ। ਗਿਆਨ ਤੱਤ ਕਰ ਭੋਗੋ, ਤੇ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਹੋਣੀ ਹੈ। ਅਸੀਂ ਜਦੋਂ ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਨਾ, ਸੱਚੇ ਸਤਿਗੁਰ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਪੁੱਤਰ ਦੀ ਪੈਦਾਇਸ਼ ਹੋ ਗਈ ਹੈ, ਗਿਆਨ ਰੂਪੀ ਪੁੱਤਰ ਜਨਮ ਲੈ ਲਿਆ, ਜਿਨ੍ਹਾਂ ਦੇ ਅੰਦਰ ਉਹਨਾਂ ਨੂੰ ਸੱਚੇ ਸਤਿਗੁਰ ਨੇ ਆਪਣੇ ਚਰਨਾਂ ਦੇ ਵਿੱਚ ਵਾਸਾ ਦੇ ਦਿੱਤਾ। ਗਿਆਨ ਤੱਤ ਕਰ ਭੋਗੋ। ਗਿਆਨ ਤੱਤ ਦਾ ਅਰਥ ਹੁੰਦਾ ਨਿਚੋੜ, ਸ੍ਰੇਸ਼ਟ, ਜਿਸ ਤੋਂ ਅੱਗੇ ਕੁਝ ਹੋਰ ਕੱਢਣ ਨੂੰ ਰਹਿ ਨਾ ਜਾਵੇ। ਇਹ ਗਿਆਨ ਤੱਤ ਜਿਹੜਾ ਇਸ ਨੂੰ ਭੋਗਣਾ ਕਰੀਏ ਜੀ। ਹਰ ਦਿਨ ਸੁਖ ਮਾਰੇ ਨਿਤ ਰਲੀਆ, ਨਾਨਕ ਤਰਸਨ ਜੋਗੋ। ਦਿਨ ਤੇ ਰਾਤ, ਅਣਦਿਨ ਦਾ ਅਰਥ ਹੁੰਦਾ ਦਿਨ ਤੇ ਰਾਤ। ਸੁਖ ਮਾਣੇ ਨਿਤ ਰਲੀਆਂ, ਜਿਸ ਗੁਰਮੁਖ ਪਿਆਰੇ ਦਾ
ਸਰੀਰ ਸੇਜਾ ਬਣ ਗਿਆ। ਗੁਰੂ ਦੇ ਸ਼ਬਦ ਨੇ ਇਸ ਸਰੀਰ ਨੂੰ, ਕਾਇਆ ਨੂੰ ਸੁਖਾਲਿਆ ਕਰ ਦਿੱਤਾ। ਗਿਆਨ ਤੱਤ ਦੀ ਪ੍ਰਾਪਤੀ ਹੋ ਗਈ। ਉਹ ਫਿਰ ਦਿਨ ਤੇ ਰਾਤ ਸੁਖ ਮਾਨਣਾ ਕਰੇਗਾ। ਤੰਦਰੁਸਤ ਹੋ ਗਿਆ ਨਾ ਅੰਦਰੋਂ। ਅੰਦਰ ਕਿਸੇ ਵਿਕਾਰ ਦੀ, ਬੁਰਿਆਈ ਦੀ ਕੋਈ ਲਾਗ ਨਹੀਂ ਰਹੀ, ਕੋਈ ਅੰਦਰੂਨੀ ਰੋਗ ਹੈ ਜਿਹੜਾ ਇਹ ਨਹੀਂ ਰਿਹਾ। ਇਸ ਕਰਕੇ ਸੁਖ ਮੰਨਦਾ, ਨਿਤ ਰਲਿਆ, ਨਿਤਾ ਪ੍ਰਤੀ ਆਨੰਦ ਮਾਣਦਾ। ਨਾਨਕ ਧੁਰ ਸੰਜੋਗੋ, ਧੁਰ ਦਰਗਾਹ ਤੋਂ ਉਸ ਪ੍ਰਭੂ ਪਰਮਾਤਮਾ ਨੇ ਸੰਜੋਗ ਬਣਾਏ ਹਨ ਜੀ। ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕਰ ਦਿੱਤੀ ਸੀ, ਇਹ ਪਈ ਸਮਾਂ ਸੀ ਉਦੋਂ ਇਹ ਪਾਵਨ ਸ਼ਬਦ ਪੜ੍ਹ ਕੇ ਨਾ ਤੇ ਕੜਮਾਈ ਜਿਹੜੀ ਸੀ ਉਹ ਲਾਈ ਜਾਂਦੀ ਸੀ, ਤੇ ਕੁੜਮ ਕੁੜਮਾਈ, ਕੁੜਮਾਚਾਰੀ ਦਾ ਜਿਹੜਾ ਸੰਬੰਧ ਸੀ ਉਹ ਜੋੜਿਆ ਜਾਂਦਾ ਸੀ। ਹੁਣ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਸਤ ਸੰਤੋਖ ਕਰ ਭਾਓ। ਸਤ ਸੰਤੋਖ ਇਹ ਪੰਜ ਨੇ, ਇਹਨਾਂ ਨੂੰ ਦੈਵੀ ਗੁਣ ਆਖਦੇ ਨੇ। ਸਤ ਸੰਤੋਖ ਧੀਰਜ ਦਇਆ ਤੇ ਧਰਮ, ਇਹ ਪੰਜ ਨੇ, ਇਹਨਾਂ ਨੂੰ ਪੰਜਾਂ ਨੂੰ ਦੈਵੀ ਗੁਣ ਆਖਦੇ ਨੇ। ਸਤ ਸੰਤੋਖ ਕਰ ਭਾਓ, ਭਾਓ ਦਾ ਅਰਥ ਇੱਥੇ ਪ੍ਰੇਮ ਹੈ। ਪੰਜਾਂ ਦੈਵੀ ਗੁਣਾਂ ਦਾ ਪ੍ਰੇਮ ਅੰਦਰ ਧਾਰਨ ਕਰਕੇ ਕੁੜਮ ਕੁੜਮਾਈ ਆਇਆ। ਜਿਵੇਂ ਇੱਕ ਕੁੜਮਾਚਾਰੀ ਦਾ ਰਿਸ਼ਤਾ ਜੋੜਨ ਵਾਸਤੇ, ਬੱਚੇ ਦੀ ਕੜਮਾਈ ਕਰਨ ਵਾਸਤੇ ਆਉਂਦੇ ਨੇ ਨਾ, ਉਸੇ ਤਰ੍ਹਾਂ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਸਾਨੂੰ ਇਹ ਦੈਵੀ ਗੁਣਾਂ ਦਾ ਦਾਜ ਦਿੱਤਾ ਹੈ। ਗੁਰੂ ਮਹਾਰਾਜ ਜੀ ਨੇ ਇਹ ਦੈਵੀ ਗੁਣ ਨੇ ਨਾ ਜਿਹੜੇ, ਇਹ ਗਹਿਣੇ ਦਿੱਤੇ ਨੇ ਸਾਨੂੰ। ਇਹ ਗਹਿਣੇ ਪਾ ਕੇ ਤੇ ਸਾਨੂੰ ਆਪਣੇ ਨਾਲ ਸੱਚੇ ਸਤਿਗੁਰ ਨੇ ਜੋੜਨਾ ਕੀਤਾ ਹੈ। ਅਸੀਂ ਉਸ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਸੰਤ ਜਨਾ ਕਰ ਮੇਲ, ਗੁਰਬਾਣੀ ਗਵਾਈਆ ਬਲਰਾਮ ਜੀਓ। ਹੁਣ ਉਧਰ ਮੇਲ ਜਿਹੜਾ ਉਹ ਭਾਈ ਹੋਰ ਤਰ੍ਹਾਂ ਦਾ ਹੁੰਦਾ ਹੈ। ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਗੁਰਮੁਖ ਪਿਆਰਿਆਂ ਨੂੰ ਸੱਚੇ ਸਤਿਗੁਰ ਦੇ ਦਰ ਤੋਂ ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਵੇ। ਸੰਤ ਜਨਾ ਕਰ ਮੇਲ, ਫਿਰ ਉਹਨਾਂ ਦਾ ਮੇਲ ਇੰਨਾ ਜਿਹੜਾ ਸੰਤ ਲੋਕਾਂ ਦੇ ਨਾਲ ਹੁੰਦਾ ਹੈ, ਉਹਨਾਂ ਗੁਰਸਿੱਖ ਗੁਰਮੁਖ ਪਿਆਰਿਆਂ ਦੇ ਨਾਲ ਹੁੰਦਾ, ਜਿਨ੍ਹਾਂ ਦੇ ਅੰਦਰ ਸ਼ਾਂਤੀ ਵਸੀ ਏ, ਜੋ ਸੰਤ ਸਰੂਪ ਨੇ। ਗੁਰਬਾਣੀ ਗਵਾਈਆ ਬਲਰਾਮ ਜੀਓ, ਤੇ ਸੱਚੇ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਏ, ਇਸ ਦਾ ਗਾਇਨ ਕੀਤਾ ਜਾਂਦਾ ਹੈ ਜੀ। ਬਾਣੀ ਗੁਰ ਗਾਈ, ਪਰਮ ਗਤ ਪਾਈ, ਪੰਚ ਮਿਲੇ ਸੋਹਾਇਆ। ਧੰਨ ਗੁਰੂ ਜੀ ਵਡਿਆਈ ਕਰਦੇ ਨੇ, ਬਾਣੀ ਗੁਰ ਗਾਈ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕੀਤਾ ਹੈ, ਪਰਮ ਗਤ ਪਾਈ, ਉਹਨਾਂ ਨੇ ਪਰਮ ਗਤੀ ਨੂੰ ਪ੍ਰਾਪਤ ਕਰ ਲਿਆ। ਬਾਣੀ ਗੁਰ ਗਾਈ, ਪਰਮ ਗਤ ਪਾਈ, ਉਹਨਾਂ ਨੇ ਪਰਮ ਗਤੀ ਨੂੰ ਪ੍ਰਾਪਤ ਕਰ ਲਿਆ। ਪੰਚ ਮਿਲੇ, ਪੰਜ ਕਹਿੰਦੇ ਨੇ ਭਲੇ ਮਨੁੱਖ ਨੂੰ, ਪੰਚ ਮਿਲੇ ਸੁਹਾਇਆ, ਭਲੇ ਮਨੁੱਖ ਮਿਲ ਗਏ ਨੇ ਤੇ ਸੋਭਨੀਕ ਹੋ ਗਏ ਆ। ਹੁਣ ਇੱਥੇ ਮੈਂ ਥੋੜਾ ਜਿਹਾ ਨਾ ਖੁਲਾਸਾ ਕਰਨ ਦਾ ਮਨ ਬਣਾ ਲਿਆ ਆਪ ਜੀ ਦੇ ਅੱਗੇ। ਦੁਨਿਆਵੀ ਤੌਰ ਤੇ ਵੀ ਥੋੜਾ ਜਿਹਾ ਇਹ ਵਿਚਾਰਾਂ ਨੇ ਜਿਹੜੀਆਂ ਜ਼ਰੂਰੀ ਨੇ, ਦੋਵੇਂ ਪੱਖ ਹੀ ਜ਼ਰੂਰੀ ਨੇ। ਜੇ ਅਸੀਂ ਦੁਨਿਆਵੀ ਤੌਰ ਤੇ ਵੀ ਥੋੜਾ ਜਿਹਾ ਖਿਆਲ ਰੱਖਾਂਗੇ ਤੇ ਸਾਡਾ ਜੀਵਨ ਫਿਰ ਵੀ ਸੌਖਾ ਰਹੇਗਾ। ਦੇ ਨੇ ਸਤ ਸੰਤੋਖ ਕਰ ਭਾਓ, ਅਸੀਂ ਨਾ ਸਤ ਤੇ ਸੰਤੋਖ ਦੇ ਵਿੱਚ ਰਹਿਣਾ ਹੈ, ਤੇ ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਜੁੜਿਆ ਨਾ ਉਹਨਾਂ ਦੇ ਨਾਲ ਪ੍ਰੇਮ ਬਣਾ ਕੇ ਰੱਖਣਾ ਹੈ। ਹੁਣ ਜਿੱਥੇ ਲਾਲਚ ਹੋਵੇ ਉੱਥੇ ਪ੍ਰੇਮ ਨਹੀਂ ਬਣੇਗਾ। ਜਿੱਥੇ ਲਾਲਚ ਆ ਜਾਵੇਗਾ ਉੱਥੇ ਪ੍ਰੇਮ ਨਹੀਂ ਕੰਮ ਕਰੇਗਾ, ਪ੍ਰੇਮ ਉੱਥੇ ਬਣੇਗਾ ਹੀ ਨਹੀਂ। ਪ੍ਰੇਮ ਕੇਵਲ ਤੇ ਕੇਵਲ ਉੱਥੇ ਹੈ ਜਿੱਥੇ ਸਤ ਤੇ ਸੰਤੋਖ ਹੈ। ਦੂਜੀ ਥਾਂ ਤੇ ਫਿਰ ਵਪਾਰ ਹੋ ਗਿਆ ਨਾ, ਉੱਥੇ ਤੇ ਫਿਰ ਵਪਾਰ ਹੋ ਜਾਂਦਾ। ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਜਿੰਦੇ ਨਾਲ ਅਸੀਂ ਆਪਣੇ ਬੱਚੇ ਦੀ ਕੁੜਮਾਈ, ਕੁੜਮਾਚਾਰੀ ਸਾਧਨ ਸੰਬੰਧ ਜੋੜਨੇ ਨੇ, ਨਵੀਂ ਰਿਸ਼ਤੇਦਾਰੀ ਬੰਨ੍ਹਣੀ ਹੈ ਨਾ, ਉੱਥੇ ਅਸੀਂ ਸਤ ਤੇ ਸੰਤੋਖ ਰੱਖਣਾ ਹੈ। ਲਾਲਚ ਨਹੀਂ ਕਰਨਾ, ਲੋਭ ਦੇ ਵਿੱਚ ਨਹੀਂ ਆਉਣਾ। ਜੇ ਲਾਲਚ ਦੇ ਵਿੱਚ ਆ ਗਏ ਤੇ ਫਿਰ ਭਾਉ ਭਾਵਨਾ ਪ੍ਰੇਮ ਇਹਨਾਂ ਜਿਹੜਾ ਇਹ ਨਹੀਂ ਬਣੇਗਾ। ਸੰਤ ਜਨਾ ਕਰ ਮੇਲ, ਇਹ ਨਹੀਂ ਵੀ ਅਸੀਂ ਨਾ ਉੱਥੇ ਹੁਣ ਮੈਂ ਕਹੀ ਦਿਆਂ ਵੀ ਬੋਤਲਾਂ ਖੋਲ੍ਹ ਲੈਣੀਆਂ ਨੇ, ਇਹ ਨਹੀਂ ਕਰਨਾ। ਸੰਤ ਜਨਾ ਕਰ ਮੇਲ, ਅਸੀਂ ਮੇਲ ਮਿਲਾਪ ਜਿਹੜਾ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਕਰਨਾ ਜਿਹੜੇ ਸਾਡੇ ਵਰਗੇ ਨੇ, ਕੁਝ ਖਾਂਦੇ ਪੀਂਦੇ ਨਹੀਂ ਤੇ ਅੰਮ੍ਰਿਤਧਾਰੀ ਪਰਿਵਾਰ ਹੋਵੇ। ਇਹ ਗੱਲ ਦੱਸ ਰਹੇ ਨੇ ਗੁਰੂ ਮਹਾਰਾਜ ਜੀ। ਸੰਤ ਜਨਾ ਕਰ ਮੇਲ, ਹੁਣ ਮੇਲ ਉਹਨਾਂ ਨਾਲ ਬਣਿਆ ਨਾ ਜਿਹੜੇ ਸਾਡੇ ਨਵੇਂ ਸੰਬੰਧੀ ਬਣੇ ਨੇ, ਤੇ ਉਹ ਕੌਣ ਨੇ? ਸੰਤ ਜਨਾ। ਉਹ ਸੰਤ ਜਨ ਹੋਣੇ ਚਾਹੀਦੇ ਨੇ। ਮਰਿਆਦਾ ਦੇ ਵਿੱਚ ਵੀ ਇਹੀ ਲਿਖੀ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੈਸੇ ਜੇ ਵੇਖੀਏ ਨਾ, ਜਿਹੜੀ ਮਰਿਆਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰ ਦੱਸਦੇ ਨੇ ਨਾ,
ਇਹ ਸਹੀ ਮਰਿਆਦਾ ਹੈ। ਦੂਜੀ ਜਿਹੜੀ ਮਰਿਆਦਾ ਤੁਹਾਨੂੰ ਪੋਥੀ ਮਿਲੇਗੀ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ, ਕਿਸੇ ਦੀ ਕਾਟਵਾਦ ਨਹੀਂ ਕਰ ਰਿਹਾ, ਸਿਰਫ ਇੱਕ ਗਿਆਨ ਦੇ ਰਿਹਾ, ਇੱਕ ਸਮਝਾ ਰਿਹਾ। ਜੋ ਆਪ ਨੂੰ ਮਰਿਆਦਾ ਦੀ ਪੋਥੀ ਮਿਲੇਗੀ ਉਹਦੇ 'ਚ ਕਈ ਗੁਰਮੁਖ ਪਿਆਰਿਆਂ ਦੀ ਮਰਿਆਦਾ ਲਿਖੀ ਹੋਈ ਮਿਲੇਗੀ ਵੀ ਇਸ ਭਾਈ ਚੋਪਾ ਸਿੰਘ ਨੇ ਆਹ ਲਿਖਿਆ, ਭਾਈ ਚੋਪਾ ਸਿੰਘ ਨੇ ਆਹ ਲਿਖਿਆ। ਇਸੇ ਤਰ੍ਹਾਂ ਹੋਰ ਗੁਰਮੁਖ ਪਿਆਰਿਆਂ ਦੇ ਕਈਆਂ ਦੇ ਨਾਮ ਹੁੰਦੇ ਨੇ, ਉਹਨਾਂ ਨੇ ਭਾਈ ਆਹ ਲਿਖਿਆ। ਸੋ ਇਹ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਵਖਰੇਵਾਂ ਹੈ, ਇਹਨਾਂ ਸਾਰਿਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਨਾ ਉਹ ਵਖਰੇਵਾਂ ਆ ਜਾਂਦਾ ਹੈ। ਅਸਲ ਮਰਿਆਦਾ ਜਿਹੜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਸਿੱਖਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਮਰਿਆਦਾ ਸਾਨੂੰ ਦੱਸਦੇ ਨੇ, ਅਸੀਂ ਉਸ ਮਰਿਆਦਾ ਦੇ ਵਿੱਚ ਰਹਿਣਾ ਹੈ। ਸਤ ਸੰਤੋਖ ਘਰ ਭਾਓ, ਹਾਂ ਇਹ ਠੀਕ ਹੈ ਕਿ ਉਹ ਗੁਰਮੁਖ ਪਿਆਰੇ ਨਾ ਧੰਨ ਗੁਰੂ 10ਵੇਂ ਪਾਤਸ਼ਾਹ ਦੇ ਸਮੇਂ ਦੇ ਸਨ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਵੀ ਵਿੱਚ ਕਈ ਗੁਰਸਿੱਖ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਮਰਿਆਦਾ ਲਿਖੀ। ਗਲਤ ਨਹੀਂ ਹੈ, ਠੀਕ, ਅਸੀਂ ਪਰਪੱਕ ਰਹਿਣਾ, ਪਰ ਅਸਲ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹਨਾਂ ਨੇ ਜੋ ਮਰਿਆਦਾ ਸਾਨੂੰ ਦੱਸੀ ਇਹਨਾਂ ਉਹ ਮਰਿਆਦਾ ਦੇ ਵਿੱਚ ਰਹਿਣਾ। ਹੁਣ ਸਤ ਸੰਤੋਖ ਕਰ ਭਾਓ, ਜੇ ਸਾਡੇ ਵਿੱਚ ਵੀ ਸਤ ਸੰਤੋਖ ਹੋਏਗਾ ਤੇ ਅਗਲੇ ਘਰ ਦੇ ਵਿੱਚ ਵੀ ਸਤ ਸੰਤੋਖ ਹੋਏਗਾ ਤੇ ਪ੍ਰੇਮ ਫੇਰ ਬਣੇਗਾ। ਕੁੜਮੋਂ ਕੁੜਮਾਈ ਆਇਆ ਬਲਰਾਮ ਜੀਓ, ਇਸ ਤਰ੍ਹਾਂ ਦਾ ਜਿਹੜਾ ਕੁੜਮ ਹੈ ਨਾ ਉਹਦੇ ਨਾਲ ਜਿਹੜੀ ਅਸੀਂ ਕੁੜਮਾਚਾਰੀ ਜੋੜਨੀ ਹੈ ਨਾ, ਉੱਥੇ ਹੀ ਮੇਰੇ ਵਾਹਿਗੁਰੂ ਸੱਚੇ ਸਤਿਗੁਰ ਜੇ ਸੰਬੰਧ ਬਣ ਜਾਣ ਤੇ ਅਸੀਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਆ। ਸੰਤ ਜਨਾ ਕਰ ਮੇਲ, ਮੇਲ ਜਿਹੜਾ ਉਹ ਅਗਲਾ ਪਰਿਵਾਰ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ, ਸਾਡੇ ਵਰਗਾ ਹੋਣਾ ਚਾਹੀਦਾ। ਗੁਰੂ ਮਹਾਰਾਜ ਜੀ ਨੇ ਇੱਥੇ ਸੰਤ ਲਿਖਿਆ, ਹੁਣ ਅਸੀਂ ਸੰਤ ਤਾਂ ਨਹੀਂ ਹੈਗੇ, ਪਰ ਅਗਲਾ ਪਰਿਵਾਰ ਹੈ ਜਿਹੜਾ ਅਸੀਂ ਅੰਮ੍ਰਿਤਧਾਰੀ ਹਾਂ, ਨਿਤਨੇਮੀ ਹੈ, ਤੇ ਉਹ ਵੀ ਅੰਮ੍ਰਿਤਧਾਰੀ ਤੇ ਨਿਤਨੇਮੀ ਹੋਣਾ ਚਾਹੀਦਾ ਹੈ। ਆ ਕਈ ਪਰਿਵਾਰਾਂ ਦੇ ਵਿੱਚ ਨਾ ਬੜੀ ਵੱਡੀ ਭੁੱਲ ਹੈ, ਬੱਚੀ ਨੂੰ ਨਾ ਅੰਮ੍ਰਿਤ ਨਹੀਂ ਛਕਾਉਂਦੇ। ਕਿਉਂ ਨਹੀਂ ਛਕਾਉਂਦੇ? ਪਤਾ ਨਹੀਂ ਕਿਸ ਤਰ੍ਹਾਂ ਦਾ ਮਿਲਣਾ ਹੈ, ਪਤਾ ਨਹੀਂ ਕਿਸ ਤਰ੍ਹਾਂ ਦਾ ਮਿਲਣਾ। ਤੇ ਮੈਂ ਫਿਰ ਨਹੀਂ ਹਟਦਾ ਹੁੰਦਾ, ਕਹਿ ਦਿੰਦਾ ਹੁੰਦਾ ਫਿਰ ਭਾਈ ਤੈਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ, ਗੁਰੂ ਤੇ ਭਰੋਸਾ ਹੀ ਨਹੀਂ। ਜੇ ਇਹਨੂੰ ਕਿਸ ਮੇਰੇ ਬੱਚੇ ਨੇ ਛੋਟਿਆਂ ਨੇ ਅੰਮ੍ਰਿਤ ਛਕ ਲਿਆ ਸੀ ਤੇ ਸਾਨੂੰ ਪਰਿਵਾਰ ਅੱਗੇ ਉਹਨਾਂ ਸੱਸ ਸਹੁਰਾ ਵੀ ਅੰਮ੍ਰਿਤਧਾਰੀ ਹੈ, ਚਾਚੇ ਤਾਏ ਵੀ ਉਹਨਾਂ ਦੇ ਜਿਹੜੇ ਚਾਚੇ ਨੇ। ਸੋ ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ ਸੰਤ ਜਨਾ ਕਰ ਮੇਲ। ਸਾਨੂੰ ਇੱਥੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਵੀ ਜੇ ਅਸੀਂ ਬੱਚੀ ਨੂੰ ਅੰਮ੍ਰਿਤ ਛਕਾ ਲਿਆ ਨਾ ਤੇ ਅਗਲਾ ਪਰਿਵਾਰ ਪਤਾ ਨਹੀਂ ਕਿਸ ਤਰ੍ਹਾਂ ਦਾ ਮਿਲੇਗਾ। ਜੇ ਕਿਸ ਤਰ੍ਹਾਂ ਦਾ ਮਿਲਣਾ ਤੇ ਗੁਰੂ ਤੇ ਭਰੋਸਾ ਰੱਖ ਕੇ ਨਾ ਅੰਮ੍ਰਿਤ ਛਕਾਸ਼ੇ, ਮੇਰੇ ਗੁਰੂ ਤੇ ਭਰੋਸਾ ਹੈ, ਮੈਂ ਦਾਅਵੇ ਨਾਲ ਕਹਿ ਰਿਹਾ। ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆ। ਹੁਣ ਜਿਹੜੇ ਸਾਡੇ ਸੰਤ ਸੱਜਣ ਮਿਲੇ ਨੇ ਜਿਨ੍ਹਾਂ ਨਾਲ ਸਾਡਾ ਮੇਲ ਹੋਇਆ, ਉਹ ਸੰਤ ਸੁਭਾਅ ਦੇ ਸਤ ਸੰਤੋਖ ਵਾਲੇ ਹੋਣੇ ਚਾਹੀਦੇ ਨੇ। ਉਹਨਾਂ ਨਾਲ ਮੇਲ ਕਰਕੇ ਨਾ ਗੁਰਬਾਣੀ ਗਵਾਈਆ, ਇਸ ਤਰ੍ਹਾਂ ਸੱਚੇ ਸਤਿਗੁਰੂ ਦੀ ਗੁਰਬਾਣੀ ਨੂੰ ਅਸੀਂ ਗਾਇਨ ਕਰਨਾ ਹੈ। ਬਲਰਾਮ ਜੀ ਹੇ ਮੇਰੇ ਸੱਚੇ ਸਤਿਗੁਰ ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਣੇ। ਬਾਣੀ ਗੁਰ ਗਾਈ ਪਰਮਗਤ ਪਾਈ, ਕਾਰਜ ਵੀ ਹੋ ਗਿਆ, ਕਾਰਜ ਵੀ ਨਹੀਂ ਰੁਕਿਆ, ਕਾਰਜ ਵੀ ਹੋ ਗਿਆ। ਗੁਰੂ ਦੀ ਬਾਣੀ ਗਾਈਏ ਤੇ ਇਹਦੇ ਨਾਲ ਸਾਨੂੰ ਅੱਗੇ ਤੇ ਦੂਜੇ ਪਾਸੇ ਕੀ ਮਿਲੇਗਾ? 2-4 ਬੱਕਰੇ ਵੱਢ ਲਵਾਂਗੇ, ਕੋਈ ਗਤੀ ਨਹੀਂ ਮਿਲੇਗੀ, ਫਿਰ ਪਰਮ ਗਤੀ ਨਹੀਂ ਮਿਲੇਗੀ। ਸਾਰ ਕਿਤਾਵਲੀ ਇੱਕ ਨਿੱਕਾ ਜਿਹਾ ਸ਼ਾਸਤਰ ਹੈ, ਇਹ ਤੁਕਾਂ ਤਾਂ ਮੈਨੂੰ ਭੁੱਲ ਗਈਆਂ ਨੇ ਪਰ ਉਸ ਦਾ ਅਰਥ ਮੈਨੂੰ ਯਾਦ ਹੈ। ਉਹਨੇ ਲਿਖਿਆ, ਕਹਿੰਦਾ 4 ਜਣ ਤੇ ਚੌਥਾ ਜਿਹੜਾ ਉਹਨੇ ਸਾਰਾ ਕੁਝ ਜ਼ਿੰਮੇਵਾਰੀ ਲੈ ਲਈ ਵੀ ਮੈਂ ਤਿਆਰ ਕਰ ਲਵਾਂਗਾ। ਤੇ ਉਹ ਫਿਰ ਇੱਥੇ ਨਿਰਣਾ ਕਰਦਾ ਇਹਨਾਂ ਵਿੱਚ 4 ਹੀ ਇਸ ਪਾਪ ਦੇ ਭਾਗੀ ਨੇ। ਇਹ ਫੈਸਲਾ ਕੀਤਾ ਹੈ, ਇਹ ਪਾਪ ਜਿਹੜਾ ਹੋਇਆ ਨਾ, ਇਹ ਜਿਹੜੀ ਵੱਡਾ ਟੁੱਕੀ ਹੋਈ ਹੈ, ਇਹਦੇ ਵਿੱਚ 4 ਜਾਣੇ ਹੀ ਪਾਪ ਦੇ ਭਾਗੀ ਨੇ ਤੇ 4 ਨੂੰ ਇਹ ਗੁਨਾਹ ਮਿਲੇਗਾ। ਕਿਉਂ? ਸਲਾਹ ਦੇਣ ਵਾਲੇ ਨੇ ਮੁੱਢ ਬੰਨੇ ਹੈ, ਤੇ ਜਿਹੜਾ ਮੁੱਢ ਬੰਨੇ ਭਾਵੇਂ ਉਹ ਮਾੜਾ ਹੋਵੇ ਤੇ ਭਾਵੇਂ ਚੰਗਾ ਹੋਵੇ, ਫਲ ਤਾਂ ਫਿਰ ਮੁੱਢ ਬੰਨਣ ਵਾਲੇ ਨੂੰ ਮਿਲਦਾ ਹੈ ਨਾ। ਜਿੰਨੇ ਮੁੱਢ ਬੰਨ੍ਹ ਦਿੱਤਾ ਨਾ, ਫਲ ਉਹਨੂੰ ਮਿਲਣਾ ਹੈ। ਤੇ ਫਿਰ ਅਗਲੇ ਨੇ ਉਦਮ ਕੀਤਾ ਵੀ ਆ ਮੇਰੀ ਜੇਬ 'ਚ 4 ਪੈਸੇ ਨੇ ਤੇ ਤੁਸੀਂ ਖਰਚ ਲਓ। ਅਗਲੇ ਨੇ ਫਿਰ ਉਦੋਂ ਉਦਮ ਕੀਤਾ ਵੀ ਮੈਂ ਭੱਜ ਕੇ ਲੈ ਆਉਣਾ। ਸੋ ਇਸ ਤਰ੍ਹਾਂ ਇਹ ਪਾਪ ਕਰਮ ਹੈ, ਇਹਦੇ ਨਾਲ ਨਰਕਾ ਹੀ ਮਿਲੇਗੀ। ਗੁਰ ਗਾਈ ਪਰਮਗਤ ਪਾਈ, ਬਾਣੀ ਗੁਰ ਗਾਈ, ਗੁਰੂ ਦੀ ਬਾਣੀ ਗਾਇਨ ਕੀਤੀ ਹੈ, ਕਾਰਜ ਵੀ ਹੋ ਗਿਆ ਤੇ ਗੁਰੂ ਦੀ ਬਾਣੀ ਦੇ ਨਾਲ ਵੀ ਜੁੜ ਗਏ ਆ। ਪਰਮਗਤ ਪਾਈ, ਇਹਦੇ ਨਾਲ ਪਰਮਗਤੀ ਦੀ ਪ੍ਰਾਪਤੀ ਹੋਣੀ। 5 ਮਿਲੇ ਸੁਹਾਇਆ, 5 ਦਾ ਅਰਥ ਹੈ ਭਲੇ ਲੋਕ।
ਹੁਣ ਭਲੇ ਲੋਕ ਜਦੋਂ ਇਕੱਠੇ ਹੋਣਗੇ ਫਿਰ ਉਹ ਮਾੜਾ ਕੰਮ ਥੋੜੀ ਕੁਛ ਮਿਲ ਗਏ ਨੇ। ਸੋਹਣੀ ਤਰ੍ਹਾਂ ਲੰਗਰ ਪਾਣੀ ਤਿਆਰ ਹੋਇਆ, ਗੁਰੂ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕੀਤਾ ਗਿਆ ਹੈ, ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਨਾਮ ਪਾਣੀ ਜਪਿਆ ਗਿਆ ਹੈ ਤੇ ਸਾਰਿਆਂ ਨੇ ਇਹ ਕਾਰਜ ਕਰਕੇ ਤੇ ਕਾਰਜ ਦੀ ਜਿਹੜੀ ਹੈ ਨਾ ਉਹ ਸੋਭਤਾਈ ਬਣ ਗਈ ਹੈ। ਤੇ ਦੂਜੇ ਪਾਸੇ ਵਿੱਚ ਕਈ ਵੱਧ ਘੱਟ ਵਾਲੇ ਹੁੰਦੇ ਨੇ, ਛਿੱਤਰ ਪੌਲਾ ਵੀ ਹੋ ਜਾਂਦਾ ਹੈ, ਕੁੱਟਮਾਰ ਵੀ ਹੋ ਜਾਂਦੀ ਹੈ। ਉਹ ਅਗਲੀ ਤੁਕ 'ਚ ਗੁਰੂ ਜੀ ਦੱਸ ਰਹੇ ਹਨ ਜੀ। ਦਇਆ ਕ੍ਰੋਧ ਮਮਤਾ ਤਨ ਨਾਟੀ ਪਖੰਡ ਭਰਮ ਗਵਾਇਆ। ਹੁਣ ਗਿਆ ਕ੍ਰੋਧ ਚਲਾ ਗਿਆ ਹੈ। ਕਿਉਂ? ਗੁਰਬਾਣੀ ਦੇ ਲੜ ਲੱਗ ਗਏ ਆ। ਕ੍ਰੋਧ ਵਧਾਉਣ ਵਾਲੀ ਚੀਜ਼ ਹੀ ਨਹੀਂ ਖਾਧੀ ਪੀਤੀ ਤੇ ਫਿਰ ਕ੍ਰੋਧ ਕਿੱਥੋਂ ਆਏਗਾ? ਮਮਤਾ, ਪਦਾਰਥਾਂ ਦੀ ਜਿਹੜੀ ਮਮਤਾ ਸੀ ਨਾ ਉਹ ਵੀ ਦੂਰ ਹੋ ਗਈ ਹੈ। ਲੈਣ ਦੇਣ ਵਾਲਾ ਚੱਕਰ ਹੀ ਕੋਈ ਨਹੀਂ ਇੱਥੇ। ਗਿਆ ਕ੍ਰੋਧ ਮਮਤਾ ਤਨ ਨਾਠੀ, ਇਹ ਦੋਵੇਂ ਨਾਸ ਹੋ ਗਈਆਂ ਨੇ। ਕ੍ਰੋਧ ਵੀ ਗਿਆ ਚਲਾ ਤੇ ਮਮਤਾ ਜਿਹੜੀ ਦੇਣ ਲੈਣ ਵਾਲਾ ਚੱਕਰ ਸੀ ਇਹ ਵੀ ਨੱਠ ਗਈ। ਪਾਖੰਡ ਭਰਮ ਗਵਾਇਆ। ਜਿਹੜਾ ਇਸ ਕਾਰਜ ਦੇ ਵਿੱਚ ਅਸੀਂ ਪਖੰਡ ਕਰਦੇ ਹਾਂ ਤੇ ਭਰਮ ਕਰਦੇ ਹਾਂ, ਜਦੋਂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਸਗਨ ਕਰਾਂਗੇ ਤੇ ਫਿਰ ਇੱਥੇ ਪਖੰਡ ਕੋਈ ਨਹੀਂ ਰਹੇਗਾ। ਜਿਹੜੇ ਪਹਿਲੇ ਸਮੇਂ ਦੇ ਪਖੰਡ ਬਣਾਏ ਸਨ ਨਾ, ਉਹ ਪਖੰਡ ਕੋਈ ਨਹੀਂ ਰਹੇਗਾ ਤੇ ਕਿਸੇ ਪ੍ਰਕਾਰ ਦਾ ਭਰਮ ਵੀ ਨਹੀਂ ਰਹੇਗਾ ਵੀ ਅੱਜ ਐਤਵਾਰ ਤੇ ਅੱਜ ਮੰਗਲਵਾਰ ਜਾਂ ਅੱਜ ਸੋਮਵਾਰ, ਇਹ ਭਰਮ ਵੀ ਨਹੀਂ ਰਹੇਗਾ। ਜਾਂ ਕੋਈ ਹੋਰ ਤਿਥ ਤੇ ਪੁਰਸ਼ਾਂ ਦੇ ਨਾਲ ਭਾਈ ਸੰਜੋਗ ਬਣਿਆ, ਸੋਹਣਾ ਕਾਰਜ ਹੋ ਗਿਆ ਤੇ ਕਿਸੇ ਪ੍ਰਕਾਰ ਦਾ ਕ੍ਰੋਧ ਜਾਂ ਮਮਤਾ ਜਿਹੜੀ ਹੈ ਇਹ ਨਹੀਂ ਰਹੀ, ਨਾਸ ਹੋ ਗਈਆਂ ਨੇ। ਨਾ ਕੋਈ ਪਖੰਡ ਕਰਮ ਕੀਤਾ ਹੈ ਤੇ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਮਹਾਰਾਜ ਜੀ ਦੀ ਚਰਨ ਸਰਨ ਲੈ ਕੇ ਕੋਈ ਵਹਿਮ ਭਰਮ ਕੀਤਾ, ਇਹ ਸਾਰੇ ਨਾਸ ਹੋ ਗਏ ਹਨ ਜੀ। ਹਉਮੈ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ। ਹੁਣ ਇਹ ਹਉਮੈ ਦੀ ਪੀੜ ਹੈ, ਇਹ ਹਉਮੈ ਦੀ ਪੀੜ ਹੈ ਤੇ ਇਹ ਚਲੀ ਗਈ ਹੈ। ਹੁਣ ਹਉਮੈ ਆ ਗੁਰਮੁਖ ਪਰਿਵਾਰ ਨੇ ਨਾ ਕਾਰਜ ਕੀਤਾ ਹੈ ਤੇ ਕਈ ਆਂਦੇ ਹੋਣਗੇ ਇਹ ਕੋਈ ਕੀਤਾ ਇਹਨਾਂ ਨੇ ਵਿਆਹ ਕੀਤਾ, ਨਹੀਂ ਕੋਈ ਪੈਲਸ ਕੀਤੀ, ਨਹੀਂ ਕੋਈ ਉਹ ਕੀਤਾ। ਇਹ ਕੌਣ ਕਹਿ ਰਹੇ ਨੇ? ਜਿਨ੍ਹਾਂ ਦੇ ਅੰਦਰ ਹਉਮੈ ਹੈ ਉਹ ਕਹਿ ਰਹੇ ਨੇ। ਤੇ ਜਿਨ੍ਹਾਂ ਦੇ ਥੱਲੇ ਦੱਬੇ ਇੱਕ ਰੋਜੀ ਰੋਟੀ ਦੇ ਨਾਲ ਫਾਹ ਨਹੀਂ ਮਿਲਿਆ। ਮਨੁੱਖ ਆਪਣੇ ਖਾਣ ਜੋਗਾ ਤੇ ਆਪ ਦੇ ਪਰਿਵਾਰ ਦੇ ਖਾਣ ਜੋਗਾ ਹੈ ਨਾ ਜਿਹੜਾ, ਉਹ ਕਮਾ ਲੈਂਦਾ ਹੈ। ਤੇ ਮਰਦਾ ਕਦੋਂ ਹੈ? ਜਦੋਂ ਆਪਣੀ ਵਿਉਂਤ ਤੋਂ ਜ਼ਿਆਦਾ ਕਾਰਜ ਵਿੰਡ ਲੈਂਦਾ ਹੈ। ਵਿਉਂਤ ਤੋਂ ਜ਼ਿਆਦਾ ਵਿੱਢਿਆ ਹੋਇਆ ਕਾਰਜ ਜਿਹੜਾ ਕਰ ਦਿੰਦਾ ਹੈ। ਤੇ ਇਹ ਹੁੰਦਾ ਕਦੋਂ? ਹਉਮੈ। ਵੀ ਪਿੰਡ ਵਾਲੇ ਆਖਣਗੇ ਫਲਾਣਾ ਸਿੰਘ ਨੇ ਵਿਆਹ ਕੀਤਾ ਤੇ ਉਹਨੇ ਭਾਈ ਆ ਕੁਝ ਕੀਤਾ ਹੀ ਨਹੀਂ, ਐਵੇਂ ਕਰ ਲਿਆ। ਇਹ ਹਉਮੈ ਹੈ। ਹਉਮੈ ਦੇ ਮਾਰੇ ਹੋਏ ਅਸੀਂ ਮਰਦੇ ਹਾਂ। ਇਹ ਪੀੜ ਹੈ ਹਉਮੈ ਦੀ। ਹਉਮੈ ਪੀੜ ਗਈ। ਹੁਣ ਸਾਨੂੰ ਹਉਮੈ ਦੀ ਪੀੜ ਨਹੀਂ ਲੱਗੇਗੀ। ਨਾ ਤਾਂ ਮੈਂ ਇਹਨਾਂ ਦੇ ਨਹੀਂ ਜਾਣਦਾ, ਪਰ ਕਾਰਜ ਬੜਾ ਸੋਹਣਾ ਮਨਪਸੰਦ ਦਾ ਹੋਇਆ। ਹਉਮੈ ਪੀੜ ਗਈ ਸੁਖ ਪਾਇਆ। ਹੁਣ ਸੁਖ ਦੇ ਨਾਲ ਦੋਵੇਂ ਪਰਿਵਾਰ ਵਸਦੇ ਨੇ। ਇਹਨਾਂ ਦੇ ਬੂਹੇ ਤੇ ਕੋਈ ਮੰਗਣ ਵਾਲਾ ਨਹੀਂ ਆਏਗਾ। ਤੇ ਉਹਨਾਂ ਦੇ ਕੀ ਵੇਖਿਆ, ਜਦੋਂ ਮਹੀਨਾ ਕੋ ਵਿਆਹ ਹੋ ਜਾਂਦਾ ਨਾ, ਫਿਰ ਕਿਤੋਂ ਕੱਪੜੇ ਵਾਲਾ ਆ ਗਿਆ, ਕਿਤੋਂ ਗਹਿਣੇ ਵਾਲਾ ਆ ਗਿਆ, ਕਿਤੋਂ ਪੈਲਸ ਵਾਲਾ ਆ ਗਿਆ, ਕਿਤੋਂ ਕੋਈ ਹੋਰ ਲੈਣ ਦੇਣ ਵਾਲਾ ਆ ਗਿਆ। ਤੇ ਉਹ ਫਿਰ ਸੁਖ ਥੋੜੀ ਹੋਇਆ, ਉਹ ਤਾਂ ਅਸੀਂ ਤੇ ਦੁੱਖ ਖਰੀਦ ਲਿਆ। ਹਉਮੈ ਪੀੜ ਗਈ ਸੁਖ ਪਾਇਆ। ਜੇ ਸਾਡੇ ਅੰਦਰੋਂ ਹਉਮੈ ਦੀ ਪੀੜ ਚਲੀ ਜਾਵੇ ਨਾ ਤੇ ਫਿਰ ਅਸੀਂ ਸੁਖ ਪਾਵਾਂਗੇ। ਤੇ ਹਉਮੈ ਜਿਹੜੀ ਐਵੇਂ ਇੱਕ ਝੂਠੀ ਮੈਂ ਹੈ ਸਾਡੇ ਅੰਦਰ, ਅਰੋਗਤ ਪੈ ਸਰੀਰਾ। ਤੇ ਇਸ ਦੇ ਨਾਲ ਭਾਈ ਹੁਣ ਸਰੀਰ ਹੈ ਜਿਹੜਾ ਆਤਾ, ਉੱਥੇ ਗੁਰਮੁਖ ਪਿਆਰੇ ਜਿਹੜੇ ਆਏ ਸਨ ਉਹਨਾਂ ਨੂੰ ਵੀ ਗਿਆਨ ਮਿਲਿਆ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਨੂੰ ਪਛਾਣਨ ਦੀ ਜਿਹੜੀ ਗਿਆਨ ਹੈ ਗਿਆਤਾ ਹੈ ਉਹ ਪ੍ਰਾਪਤ ਹੋਈ ਹੈ। ਨਾਨਕ ਗੁਣੀ ਗਹਿਰਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਗੁਣਾ ਦਾ ਅਰਥ ਹੁੰਦਾ ਖਜ਼ਾਨਾ। ਉਹ ਪ੍ਰਭੂ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ। ਉਹਨੇ ਕਿਰਪਾ ਕੀਤੀ ਹੈ, ਗੁਣਾ ਦੇ ਖਜ਼ਾਨੇ ਦੇ ਵਿੱਚੋਂ ਗੁਣਾ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲ ਰਾਮ ਜੀਓ। ਹੁਣ ਧੰਨ ਗੁਰੂ ਮਹਾਰਾਜ ਜੀ ਦੂਜਾ ਪੱਖ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ, ਉਹ ਮਨਮੁਖ ਹੈ। ਤੇ ਮਨਮੁਖ ਜਿਹੜਾ ਉਹ ਫਿਰ ਗੁਰੂ ਦੇ ਨਾਲੋਂ ਵਿਛੜ ਜਾਂਦਾ ਹੈ। ਵੈਸੇ ਮੈਂ ਪਿਛਲੇ ਸ਼ਬਦ ਦੇ ਵਿੱਚ ਹੀ ਇਹ ਸ਼ਬਦ ਦੀਆਂ ਵਿਚਾਰਾਂ ਸਾਂਝੇ ਤੌਰ ਤੇ ਕਰ ਦਿੱਤੀਆਂ ਸੀ। ਜਦੋਂ ਗੁਰੂ ਤੋਂ ਵਿਛੜ ਜਾਵਾਂਗੇ, ਗੁਰੂ ਤੋਂ ਦੂਰ ਹੋ ਜਾਵਾਂਗੇ ਤੇ ਫਿਰ ਕੀ ਹੋਏਗਾ? ਫਿਰ ਫਾਹੀਆਂ ਲੈਣੀਆਂ ਪੈਣਗੀਆਂ। ਮੈਲ ਨਾ ਪਾਏ ਬਲ ਗਈ, ਇਹ ਬਲ ਜਾਵੇਗਾ, ਸੜ ਜਾਵੇਗਾ। ਹੁਣ ਇੱਥੇ ਇਹ ਨਾ ਕਿਉਂ ਵੀ ਅੱਗ ਪਾ ਕੇ ਸੜਿਆ। ਹੋ ਸਕਦਾ ਕਈ ਅੱਗ ਪਾ ਕੇ ਵੀ ਸੜਦੇ ਹੁਣ, ਜਦੋਂ ਜ਼ਿਆਦਾ ਨਮੋਸ਼ੀ ਜਿਹੜੀ ਇਹ ਕਰਜ਼ਾ ਹੋ ਜਾਵੇ ਨਾ, ਫਿਰ ਅੱਗ ਪਾ ਕੇ ਵੀ ਸੜਨ। ਬਲ ਗਈ, ਇਹ ਅੰਦਰੋਂ ਸੜੇ ਨੇ, ਅੰਦਰੋਂ ਸੜਦੇ ਰਹਿੰਦੇ ਨੇ। ਉਹਦਾ ਵੀ ਦੇਣਾ, ਉਹਦਾ ਵੀ ਦੇਣਾ। ਜਦੋਂ ਲੈਣ ਵਾਲਾ ਅੱਗੋਂ ਆ ਜਾਂਦਾ ਨਾ, ਫਿਰ ਗਲੀ ਛੱਡ ਕੇ ਲੁੱਕ ਜਾਂਦੇ ਨੇ, ਘਰੇ ਬੈਠੇ ਹੁੰਦੇ ਨੇ।
ਉਹਨਾਂ ਨੂੰ ਲੈਣ ਵਾਲਾ ਆਇਆ, ਉਹਨੂੰ ਕਹਿਦੀ ਮੇਰਾ ਡੈਡੀ ਘਰੇ ਨਹੀਂ। ਹੁਣ ਬੱਚੇ ਵਿਚਾਰੇ ਜਿਹੜੇ ਨੇ ਉਹਨਾਂ ਨੂੰ ਵੀ ਮਾਤਾ ਪਿਤਾ ਦੇ ਆਖੇ ਲੱਗ ਕੇ ਝੂਠ ਬੋਲਣਾ ਪਿਆ, ਪਾਪ ਹੀ ਹੋ ਰਿਹਾ ਨਾ। ਮਨਮੁਖ ਵਿਛੜੀ, ਜਿਹੜੇ ਮਨਮੁਖ ਨੇ ਗੁਰੂ ਤੋਂ ਵਿਛੜੇ ਨੇ, ਗੁਰਮਰਿਆਦਾ ਦੇ ਵਿੱਚ ਨਹੀਂ ਆਉਂਦੇ ਦੂਰ, ਉਹ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ ਜੀ। ਅੰਤਰ ਮਮਤਾ ਕੂੜ ਕੂੜ ਬਿਹਾਜੇ ਕੂੜ ਲਈ ਬਲਰਾਮ ਜੀਓ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਦੁੱਖ ਦਾ ਕਾਰਨ ਕੀ ਬਣਿਆ ਹੈ, ਇਹਨਾਂ ਦੇ ਮਨਮੁਖਤਾਈ ਦਾ ਕਾਰਨ ਕੀ ਬਣਿਆ, ਇਹਨਾਂ ਦੇ ਅੰਦਰ ਮਮਤਾ ਕਾਹਦੀ, ਦਾਜ ਦੀ ਮਮਤਾ ਹੈ। ਅੰਤਰ ਮਮਤਾ, ਅੰਦਰ ਮਮਤਾ ਕਾਹਦੀ, ਲੈਣ ਦੇਣ ਦੀ ਮਮਤਾ ਹੈ। ਤੇ ਇਹ ਜਿਹੜੀ ਦਾਜ ਦੀ ਮਮਤਾ ਹੈ ਕਿ ਕੂੜ, ਇਹ ਝੂਠੀ ਹੈ। ਅੰਤਰ ਮਮਤਾ ਕੂੜ, ਕੂੜ ਵਿਹਾਜੇ, ਵਿਹਾਜੇ ਦਾ ਅਰਥ ਹੁੰਦਾ ਹੈ ਵਿਹਾਰ ਕਰਨਾ, ਵਿਹਾਜੇ ਦਾ ਅਰਥ ਹੈ ਇਕੱਠਿਆਂ ਕਰਨਾ। ਅੰਦਰ ਮਮਤਾ ਹੈ ਕੁਝ ਲੈਣ ਦੇਣ ਦੀ, ਤੇ ਇਹ ਮਮਤਾ ਜਿਹੜੀ ਇਹ ਝੂਠ ਦੀ ਹੈ, ਝੂਠੇ ਪਦਾਰਥਾਂ ਦੀ ਹੈ। ਕੂੜ ਵਿਹਾਜੇ, ਤੇ ਇਸ ਤਰ੍ਹਾਂ ਇਹ ਝੂਠ ਨੂੰ ਰਹੇ ਨੇ, ਕੂੜ ਨੂੰ ਵਿਹਾਜ ਰਹੇ ਨੇ। ਕੂੜ ਲਈ ਬਲਰਾਮ ਜੀ, ਇਹ ਰਿਸ਼ਤੇਦਾਰੀ ਵੀ ਜਿਹੜੀ ਅੱਗੇ ਨਾ ਝੂਠੀ ਏ, ਇਹ ਸੱਚੀ ਨਹੀਂ ਹੈਗੀ। ਝੂਠੀ ਕਿਉਂ? ਇਹ ਤਾਂ ਪਦਾਰਥਾਂ ਕਰਕੇ ਹੋਈ, ਇੱਕ ਦੂਜੇ ਨਾਲ ਪ੍ਰੇਮ ਭਾਵ ਥੋੜੀ ਏ, ਇੱਕ ਦੂਜੇ ਦੇ ਨਾਲ ਮਿਲ ਵਰਤਣ ਵਾਲੀ ਗੱਲ ਤਾਂ ਨਹੀਂ। ਜੇ ਲੜਕੇ ਵਾਲਿਆਂ ਨੇ ਲਿਸਟ ਬਣਾ ਕੇ ਦੇ ਦਿੱਤੀ ਹੈ ਤੇ ਲੜਕੀ ਵਾਲਿਆਂ ਨੇ ਉਹਦੇ ਮਗਰ ਤੁਰ ਪੈਂਦੇ ਨੇ ਜਵਾਈ। ਤਕਰੀਬਨ ਹੀ ਅੱਜ ਕੱਲ੍ਹ ਦੇ ਜਿਤਨੇ ਵੀ ਸਕੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਜਵਾਈ ਭਾਈ ਨੇ, ਉਹ ਸੱਸ ਸਹੁਰੇ ਦੇ ਆਖੇ ਲੱਗਦੇ ਨੇ, ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਕਿਉਂ ਨਹੀਂ ਲੱਗਦੇ? ਕਿਉਂਕਿ ਮਾਂ ਪਿਓ ਨੇ ਉਹਨੂੰ ਵੇਚ ਦਿੱਤਾ ਹੈ, ਤੇ ਉਹ ਪਰਮਾਤਮਾ ਤਾਂ ਵੇਖਦਾ ਹੈ ਨਾ ਉੱਤੋਂ। ਜਿਹਨੂੰ ਅਸੀਂ ਵੇਚ ਹੀ ਦਿੱਤਾ ਤੇ ਫਿਰ ਉਹ ਸਾਡਾ ਕੀ ਲੱਗਦਾ, ਭਾਵੇਂ ਸਾਡਾ ਪੁੱਤਰ ਏ। ਪੁਰਾਣਾ ਸਮਾਂ ਸੀ, ਸਾਡੇ ਬਜ਼ੁਰਗ ਦੱਸਿਆ ਕਰਦੇ ਸਨ, ਉਦੋਂ ਲੋਕੀ ਦੁੱਧ ਨਹੀਂ ਸਨ ਵੇਚਿਆ ਕਰਦੇ। ਕਿਆ ਕਰਦੇ ਸਨ? ਦੁੱਧ ਤੇ ਪੁੱਤ ਥੋੜੀ ਵੇਚਣਾ ਹੋਇਆ ਕਰਦੀ, ਰਿਸ਼ਤੇਦਾਰੀ ਜੁੜ ਜਾਂਦੀ ਸੀ। ਅਸੀਂ ਪੁੱਤਰ ਨੂੰ ਵੇਚਣਾ ਥੋੜੀ ਏ, ਸਾਡਾ ਪੁੱਤਰ ਏ। ਤੇ ਉਧਰ ਦੂਜੇ ਪਾਸੇ ਦੁੱਧ ਵੀ ਨਹੀਂ ਸਨ ਵੇਚਦੇ ਹੁੰਦੇ। ਕਹਿੰਦੇ ਸਨ ਇਹਦੇ ਨਾਲ ਸ਼ਕਤੀ ਤਾਕਤ ਹੋਣੀ ਹੈ, ਜਵਾਨ ਹੋਣਾ, ਤੇ ਜੇ ਇਹੀ ਵੇਚ ਦਿੱਤਾ ਤੇ ਫਿਰ ਸਾਡੇ ਧੀਆਂ ਪੁੱਤਰ ਜਿਹੜੇ ਨੇ ਉਹ ਖਾਦ ਖੁਰਾਕ ਕੀ ਖਾਣਗੇ। ਸੋ ਰੋ ਹੈ, ਜਾਂ ਇਸ ਤਰ੍ਹਾਂ ਕਹ ਲਓ ਅੰਤਰ ਮਮਤਾ ਕੂੜ, ਅੰਦਰ ਝੂਠੇ ਪਦਾਰਥਾਂ ਦੀ ਮਮਤਾ ਹੈ। ਕੂੜ ਵਿਹਾਜੇ, ਤੇ ਇਹ ਕੂੜ ਦਾ ਵਿਹਾਰ ਕਰ ਰਹੇ ਨੇ, ਸੱਚਾਈ ਨਹੀਂ। ਸੱਚਾਈ ਤਾਂ ਹੁੰਦੀ ਨਾ ਜੇ ਕੁਝ ਮੰਗਿਆ ਨਾ ਹੁੰਦਾ। ਸੱਚਾਈ ਇਸ ਕਰਕੇ ਨਹੀਂ ਵੀ ਜੋ ਅਸੀਂ ਮੰਗ ਲਿਆ ਉਹ ਸਾਈਆਂ ਨੇ ਲਿਆ ਕੇ ਰੱਖ ਦਿੱਤਾ ਹੈ। ਕੂੜ ਲਈ ਬਲਰਾਮ ਜੀਓ, ਤੇ ਇਹ ਕੂੜ ਹੀ ਇਹਨਾਂ ਨੇ ਲੈਣਾ ਦੇਣਾ ਕੀਤਾ, ਜਾਂ ਕੂੜ ਦੇ ਲਈ ਹੀ ਸਾਰਾ ਕੁਝ ਹੋ ਰਿਹਾ ਹੈ। ਧੰਨ ਗੁਰੂ ਮਹਾਰਾਜ ਜੀ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਕੂੜ ਕਪਟ ਕਮਾਵੇ ਮਹਾ ਦੁਖ ਪਾਵੇ, ਸਤਿਗੁਰ ਮਗ ਨਾ ਪਾਇਆ। ਹੁਣ ਜਦੋਂ ਕੂੜ ਤੇ ਕਪਟ, ਇਹ ਵੀ ਥੋੜਾ ਜਿਹਾ ਹੁਣ ਹੈ ਤਾਂ ਸ਼ਬਦ ਥੋੜਾ ਤਿੱਖਾ, ਪਰ ਮੈਂ ਹਟਾਂਗਾ ਨਹੀਂ। ਸਾਡੇ ਕੋਲ ਜ਼ਮੀਨ 2 ਕਿੱਲੇ ਹੁੰਦੀ ਹੈ ਤੇ ਅਸੀਂ 10 ਕਿੱਲੇ ਦੱਸ ਦਿੰਦੇ ਹਾਂ। ਮੁੰਡਾ ਨਸ਼ੇੜੀ ਹੁੰਦਾ ਤੇ ਅਸੀਂ ਕਹਿੰਦੇ ਹਾਂ ਸਾਡਾ ਪੁੱਤਰ ਤਾਂ ਭਾਈ ਨਸ਼ੇੜੀਆਂ ਦੇ ਕੋਲ ਖੜਦਾ ਹੀ ਨਹੀਂ। ਇਹ ਕੀ ਕਰਦੇ ਹਾਂ? ਅਗਲੇ ਸੰਬੰਧੀਆਂ ਦੇ ਨਾਲ ਅਸੀਂ ਛਲ ਕਰ ਰਹੇ ਹਾਂ, ਕਪਟ ਕਰ ਰਹੇ ਹਾਂ, ਕਿੱਡਾ ਵੱਡਾ ਧੋਖਾ ਕਰ ਰਹੇ ਹਾਂ। ਮੇਰਾ ਤਾਂ ਇਹ ਖਿਆਲ ਹੈ ਜੇ ਸਾਡੇ ਪੁੱਤਰ ਨੂੰ ਕੋਈ ਬਿਮਾਰੀ ਹੈ ਨਾ, ਤੇ ਅਗਲਿਆਂ ਨੂੰ ਉਹ ਵੀ ਦੱਸ ਦੇਣੀ ਚਾਹੀਦੀ ਵੀ ਸਾਡੇ ਪੁੱਤਰ ਹੋ ਗਏ ਭਾਈ ਆ ਕਮੀ ਇਹਦੇ ਵਿੱਚ, ਤੇ ਵੇਖ ਲਓ ਜੇ ਤੁਹਾਨੂੰ ਜੱਚਦਾ ਤੇ ਕਰ ਦਿਓ, ਅਸੀਂ ਉਹਲਾ ਕੋਈ ਨਹੀਂ ਰੱਖਣਾ। ਪਰ ਅਸੀਂ ਕਰਦੇ ਕੀ? ਕੂੜ ਕਪਟ ਝੂਠ ਬੋਲ ਕੇ ਤੇ ਅਗਲੇ ਦੇ ਨਾਲ ਛਲ ਕਰਦੇ ਆ, ਅਗਲੇ ਦੇ ਨਾਲ ਧੋਖਾ ਕਰਦੇ ਆ। ਫਿਰ ਜਦੋਂ 4 ਕੁ ਮਹੀਨਿਆਂ ਤੋਂ ਪਤਾ ਲੱਗ ਜਾਂਦਾ ਤੇ ਫਿਰ ਅਗਲੀ ਦੱਸੋ ਜੀ। ਉਜੜ ਪੰਥ ਭ੍ਰਮੈ ਗਵਾਰੀ ਕਿਨ ਕਿਨ ਧੱਕੇ ਖਾਇਆ। ਉਜੜ ਦਾ ਅਰਥ ਹੁੰਦਾ ਉਜਾੜ, ਪੰਥ ਦਾ ਅਰਥ ਹੈ ਰਸਤਾ। ਇਹ ਉਜਾੜੇ ਵਾਲੇ ਰਸਤੇ ਵਾਲੇ ਪਾਸੇ ਪੈ ਗਏ ਨੇ। ਕਿਹੜੇ ਪਾਸੇ ਚੱਲ ਪਿਆ ਸੀ? ਉਜਾੜੇ ਵਾਲੇ ਪਾਸੇ ਚੱਲ ਪਿਆ। ਭ੍ਰਮੈ ਤੇ ਹੈ ਭਰਮੀ, ਉਜਾੜੇ ਵਾਲਾ ਰਸਤਾ ਹੈ ਭ੍ਰਮੈ। ਤੇ ਇਹ ਉਜਾੜੇ ਵਾਲਾ ਰਸਤਾ ਮਿਲਿਆ ਕਿਵੇਂ? ਇੱਕ ਭਰਮ ਦੇ ਕਾਰਨ, ਵੀ ਜੇ ਮੇਰੀ ਨੂੰਹ ਘੱਟ ਲਿਆਈ ਨਾ, ਜਾਂ ਮੇਰੇ ਮੁੰਡੇ ਦਾ ਲੱਗ ਗਿਆ ਵੀ ਇਹ ਕੋਈ ਗੁਨਾਹਗਾਰ ਹੈ, ਤੇ ਹੋ ਸਕਦਾ ਇਹਨੂੰ ਰਿਸ਼ਤਾ ਹੀ ਨਾ ਹੋਵੇ। ਤੇ ਜਿਹੜੇ ਸੰਜੋਗ ਉਸ ਪ੍ਰਭੂ ਪਰਮਾਤਮਾ ਨੇ ਲਿਖੇ ਨੇ ਉਹਨਾਂ ਤੇ ਸਾਨੂੰ ਭਰੋਸਾ ਹੀ ਕੋਈ ਨਹੀਂ, ਵੀ ਜੇ ਵਾਹਿਗੁਰੂ ਨੇ ਇੰਨੇ ਕਰਮਾਂ 'ਚ ਲਿਖਿਆ ਨਾ ਤੇ ਧੱਕੇ ਨਾਲ ਹੀ ਹੋ ਜਾਣਾ, ਭਾਵੇਂ ਸਾਈਆਂ ਨੂੰ ਸਾਰੇ ਹੀ ਪਤਾ ਲੱਗ ਜਾਵੇ। ਗੁਰੂ ਜੀ ਰਹਿਮਤ ਕਰਦੇ ਨੇ। ਇਸ ਤਰ੍ਹਾਂ ਅਸੀਂ ਭਰਮ ਦੇ ਵਿੱਚ ਫਸੇ ਹੋਏ ਉਜਾੜੇ ਵਾਲੇ ਨੇ ਧੱਕੇ ਖਾਇਆ, ਸਾਨੂੰ ਧੱਕੇ ਹੀ ਮਿਲਦੇ ਨੇ। ਰਿਸ਼ਤੇਦਾਰਾਂ ਵੱਲੋਂ ਵੀ ਚਾਹੀਦਾ ਨਾ ਵੀ ਹੁਣ ਸਾਡਾ ਨਿਬੇੜ ਦੇ, ਤੇ ਉਹ ਵੀ ਧੱਕੇ ਦਿੰਦਾ, ਕਹਿੰਦਾ ਤੂੰ ਅੰਨਾ ਸੇ, ਤੈਨੂੰ ਪਤਾ ਨਹੀਂ ਸੀ ਜਦੋਂ ਤੇਰਾ ਪੁੱਤਰ ਇਸ ਤਰ੍ਹਾਂ ਦਾ ਸੀ ਜਾਂ ਧੀ ਇਸ ਤਰ੍ਹਾਂ ਦੀ ਸੀ। ਇਕੱਲਾ ਪੁੱਤਰ ਨਹੀਂ, ਧੀਆਂ ਵੀ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਹੈਗੀਆਂ ਕਈ, ਜਾਂ ਧੀ ਇਸ ਤਰ੍ਹਾਂ ਦੀ ਸੀ ਤੇ ਤੂੰ ਫਿਰ ਸਾਈਆਂ ਨੂੰ ਪਹਿਲੋਂ ਕਿਉਂ ਨਹੀਂ ਦੱਸਿਆ? ਹੁਣ ਨਹੀਂ ਸਿਰੇ ਚੜ੍ਹਦਾ ਤੇ ਅਸੀਂ ਕੀ ਕਰੀਏ?
ਉਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ। ਧੰਨ ਗੁਰੂ ਮਹਾਰਾਜ ਜੀ ਹੌਸਲਾ ਦਿੰਦੇ ਨੇ, ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਨੇ ਗੁਰੂ ਦੇ ਨਾਲ, ਉਹ ਗੁਰੂ ਕਿਰਪਾ ਕਰਦਾ ਉਹਨਾਂ ਗੁਰਸਿੱਖਾਂ ਨੂੰ ਆਪਣੇ ਨਾਲ ਮਿਲ ਲੈਂਦਾ। ਸਹਿਜ ਸੁਭਾਏ ਸੁਤੇ ਸਿੱਧੀ, ਸਾਨੂੰ ਪਤਾ ਹੀ ਨਹੀਂ ਲੱਗਦਾ ਗੁਰੂ ਨੇ ਕਦੋਂ ਸਾਡੇ ਤੇ ਕਿਰਪਾ ਕਰ ਦਿੱਤੀ ਏ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਜੀ। ਆਇਆ ਲਗਨ ਗਣਾਏ ਹਿਰਦੈ ਧਨ ਉਮਾਈਆ ਬਲਰਾਮ ਜੀਓ। ਹੁਣ ਇਹ ਆਖਰੀ ਪੌੜੀ ਹੈ ਤੇ ਇਸ ਪੌੜੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਹ ਦੱਸਿਆ, ਅਸੀਂ ਪਤਾ ਹੀ ਕੀ ਕਰਦੇ ਹਾਂ, ਕਿਸੇ ਪੰਡਿਤ ਕੋਲੇ ਜਾਂਦੇ ਆ, ਪੰਡਿਤ ਕੋਲੇ ਜਾ ਕੇ ਨਾ ਪੱਤਰੀ ਹਿਰਦੇ ਧਨ ਉਮਾਈਆ ਬਲਰਾਮ ਜੀਓ ਲਗਨ ਕਹਿੰਦੇ ਨੇ। ਜਦੋਂ ਆਪਾਂ ਬੱਚੀ ਤੇ ਬੱਚੇ ਦਾ ਸੰਬੰਧ ਜੋੜਨਾ ਹੁੰਦਾ ਹੈ, ਰਿਸ਼ਤੇਦਾਰੀ ਨੂੰ ਜੋੜਨਾ ਹੁੰਦਾ ਹੈ, ਉਦੋਂ ਉਹਨੂੰ ਲਗਨ ਆਖਦੇ ਨੇ। ਆਇਆ ਲਗਨ ਗਣਾਏ, ਉਸ ਵਾਹਿਗੁਰੂ ਦੇ ਦਰ ਤੋਂ ਜਿਹੜਾ ਸੰਜੋਗ ਵਾਲਾ ਦਿਨ ਲਿਖਿਆ ਨਾ ਉਹ ਆਪੇ ਹੀ ਆ ਜਾਣਾ ਹੈ, ਸਾਡੇ ਮੂੰਹ ਦੇ ਵਿੱਚ ਉਹ ਨਿਕਲਣਾ ਹੈ, ਸਾਡਾ ਦਿਨ ਹੈ ਜਿਹੜਾ ਉਹ ਆਪੇ ਹੀ ਪੱਕਾ ਹੋ ਜਾਣਾ ਹੈ। ਆਇਆ ਲਗਨ ਗਣਾਏ ਹਿਰਦੇ ਧਨ ਉਮਾਈਆ ਬਲਰਾਮ ਜੀਓ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਡੇ ਹਿਰਦੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀਆਂ ਖੁਸ਼ੀਆਂ ਭਰ ਜਾਣੀਆਂ ਨੇ। ਮੈਂ ਇੱਕ ਵਾਰੀ ਫਿਰ ਥੋੜੀ ਜੀ ਮਿਹਨਤ ਕਰਾਂਗਾ। ਆਇਆ ਲਗਨ ਗਣਾਏ, ਇਹਦਾ ਅਰਥ ਬਣਦਾ ਧੁਰ ਦਰਗਾਹ ਤੋਂ ਸਾਡਾ ਉਹ ਦਿਨ ਹੈ ਨਾ ਜਿਹੜਾ ਉਹ ਮਥਿਆ ਹੋਇਆ ਹੈ। ਹੁਣ ਮੌਤ ਦਾ ਦੱਸੋ ਸਾਡੇ ਚੋਂ ਕਿਹੜਾ ਪੱਤਰੀ ਵੇਖ ਕੇ ਤੇ ਆਖਦਾ ਵੀ ਫਲਾਣੇ ਦਿਨ ਤੂੰ ਮਰਨਾ ਹੈ ਤੇ ਤਿਆਰੀ ਕਰ ਲੈ, ਦੱਸਿਆ ਕਿਸੇ ਨੇ ਕਦੀ? ਤੇ ਫਿਰ ਇਹ ਕਿਉਂ? ਇਹ ਵੀ ਨਹੀਂ। ਜਿਵੇਂ ਮੌਤ ਆਪਣੇ ਆਪ ਸੁਦੇ ਸਿੱਧ ਆ ਜਾਂਦੀ ਹੈ ਨਾ ਮਿੱਥੇ ਹੋਏ ਦਿਨ ਤੇ, ਉਸੇ ਤਰ੍ਹਾਂ ਇਹ ਸਾਰੀਆਂ ਕਿਰਿਆਵਾਂ ਉਸ ਪ੍ਰਭੂ ਪਰਮਾਤਮਾ ਨੇ ਧੁਰ ਦਰਗਾਹ ਤੋਂ ਸਾਡੇ ਲਿਖੀਆਂ ਨੇ ਤੇ ਇੱਥੇ ਕੁਝ ਵੀ ਲਗਨ ਗਣਾਉਣ ਦੀ ਲੋੜ ਨਹੀਂ, ਉਸ ਪਰਮਾਤਮਾ ਨੇ ਆਪ ਹੀ ਲਗਨ ਗਿਣਿਆ ਹੋਇਆ ਸਾਡਾ। ਆਇਆ ਲਗਨ ਗਣਾਏ ਹਿਰਦੇ ਧਨ ਉਮਾਈਆ ਬਲਰਾਮ ਜੀਓ। ਵਾਹਿਗੁਰੂ ਆਪ ਕਿਰਪਾ ਕਰਦਾ, ਸੱਚੇ ਸਤਿਗੁਰੂ ਨੇ ਧੁਰ ਦਰਗਾਹ ਤੋਂ ਲਗਨ ਗਣਾ ਦਿੱਤਾ, ਲਿਖਿਆ ਹੋਇਆ। ਤੇ ਗੁਰਮੁਖ ਜਿਹੜੇ ਜਗਿਆਸੂ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਚਾਰ ਜਿਹੜੇ ਵਿਦਵਾਨ ਨੇ ਨਾ ਤੇ ਸਿੱਖਿਆ ਦੇਣ ਵਾਲੇ ਨੇ, ਉਹਨਾਂ ਨੇ ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦੇ ਨਾਲ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰਕੇ ਇਹਦਾ ਪਾਵਨ ਪਵਿੱਤਰ ਫਰਮਾਨ ਲੈ ਕੇ ਇਹੀ ਗੁਰਮੁਖਾਂ ਦੀਆਂ ਭਾਈ ਲਗਨ ਗਣਾਉਣ ਵਾਲੀਆਂ ਪਤੀਆਂ ਹਨ ਜੀ। ਅਤੀ ਬਚਾਈ ਮਨ ਵਜੀ ਵਧਾਈ ਸਭ ਜਗ ਸਾਜਣ ਸੋਏ ਘਰ ਆਏ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਾਵਨ ਪਵਿੱਤਰ ਇਹ ਕੰਮ ਕਦੋਂ ਕਰਨਾ? ਜਦੋਂ ਸਾਡੇ ਸੱਜਣ ਸਾਡੇ ਘਰ ਆ ਜਾਣ। ਤੇ ਹੁਣ ਸੱਜਣ ਕਿਹੜੇ ਹੁੰਦੇ ਨੇ? ਜਿਨ੍ਹਾਂ ਨਾਲ ਅਸੀਂ ਸੰਬੰਧ ਜੋੜਨਾ। ਤੇ ਸੰਬੰਧ ਕਿਵੇਂ ਜੋੜਨਾ? ਬਿਨਾਂ ਲੈਣ ਦੇਣ ਤੋਂ ਜੋੜਨਾ। ਫਿਰ ਤੋਂ ਸਾਡੇ ਸੱਜਣ ਨੇ, ਨਹੀਂ ਤਾਂ ਵਪਾਰੀ ਨੇ। ਸਾਡੇ ਘਰੇ ਸੱਜਣ ਆ ਜਾਵੇ ਨਾ ਤੇ ਅਸੀਂ ਮੱਝ ਦਾ ਸੰਗਲ ਉਹਨੂੰ ਖੋਲ ਕੇ ਫੜਾ ਦਿੰਦੇ ਹਾਂ, ਕਦੀ ਮੁੱਲ ਵੀ ਨਹੀਂ ਕੀਤਾ, ਕਿਉਂਕਿ ਸੱਜਣ ਤਾਈ ਹੈ ਨਾ। ਤੇ ਜਦੋਂ ਵਪਾਰੀ ਆਉਂਦਾ ਤੇ ਉਹਨੂੰ ਪਹਿਲੋਂ ਕਹਿ ਦਿੰਦੇ ਆ, ਭਾਈ ਜੇ ਤੇਰੇ ਕੋਲ ਇੰਨੀ ਗੁੰਜਾਇਸ਼ ਹੋ ਗਈ ਤੇ ਸਾਡੀਆਂ ਦਰੀਜਾਂ ਟੱਪ ਲਈ, ਨਹੀਂ ਤਾਂ ਨਹੀਂ। ਹੁਣ ਆਪੇ ਆਪਾਂ ਸਮਝ ਲਈਏ ਵੀ ਸੱਜਣ ਉਹ ਨੇ ਜਿਨ੍ਹਾਂ ਦੇ ਨਾਲ ਲੈਣ ਦੇਣ ਕੋਈ ਨਹੀਂ ਕੀਤਾ। ਜਿਨ੍ਹਾਂ ਨਾਲ ਅਸੀਂ ਲੈਣ ਦੇਣ ਕਰ ਲਿਆ ਉੱਥੇ ਤੇ ਫਿਰ ਅਸੀਂ ਵਪਾਰ ਕਰ ਰਹੇ ਹਾਂ ਨਾ, ਉੱਥੇ ਤੇ ਅਸੀਂ ਵਪਾਰੀ ਹੋ ਗਏ ਹਾਂ ਨਾ, ਉੱਥੇ ਗੱਲ ਨਹੀਂ ਨਾ ਬਣਦੀ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਜੀ। ਪਤੀ ਵਿਚਾਈ ਮਨ ਵਜੀ ਵਧਾਈ ਸਭ ਸਾਜਨ ਸੁਨੇ ਕਰ, ਜਬ ਸਾਜਨ ਸੁਨੇ ਕਰ ਆਏ। ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਸਾਡੇ ਗੁਰਮੁਖ ਪਿਆਰੇ ਸੱਜਣ ਜਿਨ੍ਹਾਂ ਨਾਲ ਅਸੀਂ ਕੁੜਮਾਚਾਰੀ ਸੰਬੰਧ ਜੋੜਨੇ ਨੇ ਸਾਡੇ ਘਰ ਆ ਪਹੁੰਚੇ ਨੇ, ਤੇ ਅਸੀਂ ਧੰਨ ਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਭਾਈ ਇਹ ਕਾਰਜ ਪ੍ਰਾਰੰਭ ਕਰ ਲਿਆ ਹੈ ਜੀ। ਗੁਣੀ ਗਿਆਨੀ ਬਹਿ ਮਤਾ ਪਕਾਇਆ ਫਿਰ ਤਤ ਦਵਾਏ। ਤੇ ਇੱਥੇ ਜਦੋਂ ਉਹ ਕੁੜਮ ਕੜਮਾਈ ਵਾਲਾ ਕਿਰਿਆ ਕਰਮ ਹੋ ਜੇ ਨਾ, ਉਦੋਂ ਹੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ, ਜੇ ਉਦੋਂ ਨਹੀਂ ਤੇ ਬਾਅਦ ਦੇ ਵਿੱਚ ਵੀ ਫਿਰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੀ ਆਣ ਕੇ ਦਿਨ ਕੱਢਣਾ, ਕਿਸੇ ਪੰਡਿਤ ਕੋਲੇ ਫਿਰ ਵੀ ਨਹੀਂ ਜਾਣਾ। ਗੁਣੀ ਗਿਆਨੀ ਬਹਿ ਮਤਾ ਪਕਾਇਆ, ਇੱਥੇ ਅਸੀਂ ਇਹ ਮਤਾ ਪਕਾਇਆ ਦਾ ਭਾਵ ਹੈ ਵੀ ਵਿਆਹ ਵਾਲਾ ਜਿਹੜਾ ਦਿਨ ਹੈ ਨਾ, ਵੀ ਹੁਣ ਵਿਆਹ ਕਦੋਂ ਕਰਨਾ ਹੈ। ਪੱਕ ਠੱਕ ਤਾਂ ਸਾਰੀ ਹੋ ਗਈ ਹੈ, ਸਗਨ ਸਵਾਰਥ ਸਾਰੇ ਹੋ ਗਏ ਨੇ, ਤੇ ਹੁਣ ਅੱਗੇ ਵਿਆਹ ਕਰਨਾ, ਇਹ ਕਦੋਂ ਕਰਨਾ ਹੈ। ਗੁਣੀ ਗਿਆਨੀ ਬਹਿ ਮਤਾ ਪਕਾਇਆ, ਇਹ ਵੀ ਧੰਨ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਗਿਆਨਵਾਨ ਮੂਰਖਾਂ ਨੂੰ ਆਪਾਂ ਇਕੱਤਰਿਤ ਕਰਕੇ ਤੇ ਦਿਨ ਪੱਕਾ ਕਰ ਲੈਣਾ। ਫੇਰੇ ਤੱਤ ਦਵਾਏ, ਉਹ ਜਿਹੜਾ ਦਿਨ ਕੱਢ ਲਿਆ ਨਾ ਉਸ ਦਿਨ ਫਿਰ ਆਪਾਂ ਫੇਰੇ ਪਰਿਕਰਮਾ ਲਾਵਾਂ ਜਿਹੜੀਆਂ ਨੇ ਇਹਨਾਂ ਦਾ ਪਾਠ ਕਰਕੇ ਭਾਈ ਇਹ ਸਿਰੇ ਲਾਉਣਾ ਹੈ ਜੀ। ਵਰ ਪਾਇਆ ਪੁਰਖ ਅਗੰਮ ਗੋਚਰ ਸਭ ਨਵਤਨ ਬਲ ਸਖਾਈ। ਹੁਣ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਇਸ ਤਰ੍ਹਾਂ ਸੱਚੇ ਸਤਿਗੁਰ ਦੀ ਕਿਰਪਾ ਨਾਲ ਬੱਚੀ ਦੇ ਬੱਚੇ ਨੇ ਇੱਕ ਦੂਜੇ ਨੂੰ ਵਰਨਾ ਕੀਤਾ ਤੇ ਗੁਰਮੁਖ ਨੇ ਜਿਹੜੇ ਉਹ ਭਾਈ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ।
ਵਰ ਪਾਇਆ ਪੁਰਖ ਅਗੰਮ ਅਗੋਚਰ। ਜਿਹੜੇ ਗੁਰਮੁਖ ਨੇ ਉਹਨਾਂ ਨੇ ਅਗੰਮੀ ਪ੍ਰਭੂ ਪਰਮਾਤਮਾ ਦਾ ਵਰ ਪ੍ਰਾਪਤ ਕਰ ਲਿਆ। ਸਦ ਨਵ ਧਨ ਬਾਲ ਸਖਾਈ। ਹੁਣ ਇਹ ਸਦੀਵੀ ਸੁਖ ਵਾਲਾ ਜੀਵਨ ਬਣ ਜਾਂਦਾ ਹੈ ਜੀ। ਨਾਨਕ ਕਿਰਪਾ ਕਰਕੇ ਮੇਰੇ ਵਿਛੜ ਕਦੇ ਨਾ ਜਾਈ। ਸੱਚੇ ਸਤਿਗੁਰ ਕਿਰਪਾ ਕਰਨ ਤੇ ਆਪਣੇ ਚਰਨਾਂ ਦੇ ਨਾਲ ਸਾਨੂੰ ਮੇਲ ਕੇ ਰੱਖਣ। ਕਦੇ ਵੀ ਗੁਰੂ ਦੇ ਨਾਲੋਂ ਅਸੀਂ ਵਿਛੜ ਨਾ ਜਾਈਏ। ਉਹ ਗੁਰਮੁਖ ਪਿਆਰੇ ਕਦੇ ਵਿਛੜਦੇ ਹੀ ਨਹੀਂ। ਨਾਨਕ ਕਿਰਪਾ ਕਰਕੇ ਮੇਲੇ, ਜਿਨ੍ਹਾਂ ਤੇ ਕਿਰਪਾ ਕਰਕੇ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨਾਂ ਨਾਲ ਮੇਲ ਲੈਂਦੇ ਨੇ ਨਾ, ਉਹ ਫਿਰ ਗੁਰੂ ਦੇ ਨਾਲੋਂ ਕਦੇ ਵਿਛੜਦੇ ਨਹੀਂ। ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਗੁਰ ਮਰਿਆਦਾ ਦੇ ਵਿੱਚ ਰਹਿੰਦੇ ਨੇ। ਗੁਰੂ ਮਰਿਆਦਾ ਦੇ ਅਨੁਸਾਰ ਹੀ ਸਾਰੇ ਕੰਮ ਨੇ ਜਿਹੜੇ ਕਿਰਿਆ ਕਰਮ ਉਹ ਸਾਰੇ ਕਰਦੇ ਨੇ। ਇਤਨੀਆਂ ਕੋ ਬੇਨਤੀਆਂ ਸੰਗਤ ਨੇ ਪ੍ਰਵਾਨ ਕਰਨੀਆਂ। ਸੱਚੇ ਸਤਿਗੁਰ ਨੇ ਪਾਵਨ ਸ਼ਬਦ ਦੇ ਅੰਦਰ ਜੋ ਸਾਨੂੰ ਗੁਰ ਮਰਿਆਦਾ ਦੱਸੀਏ, ਇਹ 773 ਅੰਗ ਤੇ ਪਾਵਨ ਸ਼ਬਦ ਹੈ। ਇਸ ਤੋਂ ਅੱਗੇ ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਣਾ ਹੈ। ਉਹ ਵਿਚਾਰਾਂ ਆਪਾਂ ਕੱਲ ਨੂੰ ਕਰਾਂਗੇ। ਪਹਿਲੂ ਕੜਮਾਈ ਹੁੰਦੀ ਹੈ, ਫਿਰ ਲਾਵਾਂ ਹੁੰਦੀਆਂ ਨੇ। ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਅਸੀਂ ਬੱਚੀ ਤੇ ਬੱਚੇ ਦਾ ਜਿਹੜਾ ਸਗਨ ਲਾਣਾ ਨਾ, ਇਹ ਪਾਵਨ ਸ਼ਬਦ ਅਸੀਂ ਰਾਗੀ ਸਿੰਘਾਂ ਤੋਂ ਵੀ ਪੜ੍ਹਾ ਸਕਦੇ ਹਾਂ। ਗ੍ਰੰਥੀ ਸਿੰਘ ਵੀ ਪੜ੍ਹ ਸਕਦਾ ਜੇ ਉੱਥੇ ਰਾਗੀ ਸਿੰਘਾਂ ਦਾ ਪ੍ਰਬੰਧ ਨਾ ਹੋਵੇ ਤਾਂ। ਜੇ ਰਾਗੀ ਸਿੰਘਾਂ ਦਾ ਪ੍ਰਬੰਧ ਹੋਵੇ ਤੇ ਬੜੀ ਸੋਹਣੀ ਗੱਲ ਹੈ, ਨਹੀਂ ਤਾਂ ਫਿਰ ਗ੍ਰੰਥੀ ਸਿੰਘ ਪਾਵਨ ਬਾਣੀ ਦਾ ਸ਼ਬਦ ਪੜ੍ਹ ਕੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਸਾਡੀ ਕਿਰਿਆ ਹੈ ਨਾ, ਇਹ ਵਿਹਾਰ ਕਰਨ ਵਾਲੀ, ਇਹ ਅਸੀਂ ਕਰਨੀ ਹੈ। ਤੇ ਆਓ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਗੁਰੂ ਚਰਨਾਂ ਨਾਲ ਜੁੜੀਏ ਤੇ ਸਾਰੇ ਗੁਰੂ ਜੀ ਦੇ ਹੁਕਮ ਨੂੰ ਜੀਵਨ ਨੂੰ ਸੁਖੀ ਬਣਾਈਏ। ਐਵੇਂ ਨਾ ਪੈਲਸਾਂ ਦੇ ਵਿੱਚ ਜਾ ਕੇ ਇਤਨਾ ਸਾਰਾ ਪੈਸਾ ਲਾ ਕੇ ਬਰਬਾਦ ਹੋਈਏ, ਕਰਜ਼ਾਈ ਹੋਈਏ ਤੇ ਬਾਅਦ ਦੇ ਵਿੱਚ ਫਿਰ ਫਾਹ ਲੈਂਦੇ ਫਿਰੀਏ।